सो मिलाप के तंबू के विच असीं पवित्र स्थान और अति पवित्र स्थान के दरम्यान जिहड़ा पढ़दा है ਉਹਦੇ ਵਿੱਚ ਸਾਡੇ ਲਈ जो शिक्षा आ ਅਸੀਂ ਉਹਨੂੰ ਸਿੱਖਣ ਦੇ ਲਈ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਦੇ ਹਾਂ ਕਿ खुदा ਸਾਨੂੰ ਉਹ ਗੱਲਾਂ ਨੂੰ ਸਮਝਾ ਦੇਵੇ ਔਰ ਜਿਹਦੇ ਵਿੱਚ ਬਹੁਤੀਆਂ ਗੱਲਾਂ खुदा ਨੇ ਸਾਡੇ ਤੇ ਪ੍ਰਗਟ ਕੀਤੀਆਂ ਹੈ ਨਾਜ਼ਰ ਕੀਤੀਆਂ ਉਹਦੇ ਲਈ ਧੰਨਵਾਦ ਹੋ ਔਰ ਅਸੀਂ ਪਿਛਲੇ ਦਿਨਾਂ ਤੁਸੀਂ ਇਸ ਵਿਸ਼ੇ ਨੂੰ ਦੇਖ ਰਹੇ ਹਾਂ ਪਰਦੇ ਵਿੱਚ ਜੋ ਰੰਗ ਆ ਉਹਦੇ ਵਿੱਚ ਜਿਹੜਾ चिट्टा रंग आ सफ़ेद रंग आ वो धार्मिकता का प्रतीक आ ते खुदा की धार्मिकता की आ मसीह की धार्मिकता की आ और साढ़े ते उस धार्मिकता किस तरह पाउंदा आ और असीं किस तरह उस धार्मिकता ग्रहण कर सकते हैं और किदां एक धर्मी जीवन धार्मिकता का जीवन बतीत कर सकते हैं इन्हां गल्लां नूं आपां सीख रहे हैं। हालेलुया हालेलुया। कल मेरा ख्याल आपां देख रहे सी कि जिहड़ा विषय चल रहा सीगा कि जिहड़े धार्मिकता का पिछा करते आ उन्हां दे लई की फल हैगा आ सो उहदे च आपां देख रहे सीगे कि परमेश्वर इन्हां नूं त्यागदा नहीं और उस तो बाद मेरा ख्याल आपां देख रहे सी बहुतायत दे नाल इन्हां नूं भोजन दिंदा देखिया सी भोजन दिंदा बहुतायत दे नाल ते अगे अज आपां मेरा ख्याल देखांगे धन नाल भरपूर हुंदे आ ਜਿਹੜੇ धार्मिकता का पिछा करते वो काहदे नाल भरपूर हो जाते आ धन नाल भरपूर हो जाते आ सो इसदा मतलब आ सानू अगर कोई धन चाहुंदा धन है ना ते उहनूं फिर किहदा पिछा करना पैना आ काम दा नहीं ये काहदा धार्मिकता का। हालेलुया। उन्हें जॉब का पिछा करने की जरूरत नहीं काहदा पिछा करना उन्हें धार्मिकता का पिछा करना सब कुछ खुदा दा है उन्हें प्यार करने वाले लोगों का और कोई भी चंगी चीज अपने प्रेमियों तो छुपा के रखदा नहीं हालेलुया। और वो सच्चा ते वफादार परमेश्वर अपने वायदे का पक्का परमेश्वर है इसलिए जेकर कोई धर्म का पिछा करे धार्मिकता का पिछा करे तो उहदे नाल ये आशीषां जुड़ियां पईयां। हालेलुया हालेलुया। आ जाओ देख लेने अज असीं अगली गल नूं उहदे चों निकल रही ਜਿਹੜੇ ਧਾਰਮਿਕਤਾ ਦਾ ਪਿੱਛਾ ਕਰਦੇ ਆ ਉਹਦੇ ਚ ਅਗਲੀ ਗੱਲ ਜਿਹੜੀ ਨਿਕਲ ਰਹੀ ਆ ਉਹ ਕੀ ਆ ਬਹੁਤਾਇਤ ਦੇ ਨਾਲ ਉਹਨੂੰ ਕੀ ਮਿਲਦਾ ਆ ਬਹੁਤਾਇਤ ਦੇ ਨਾਲ ਉਹਨੂੰ ਹਾਂ ਭੋਜਨ ਮਿਲਦਾ ਆ ਔਰ ਧਨ ਦੇ ਨਾਲ ਕਿੰਦੇ ਆ ਭਰਪੂਰ ਹੁੰਦੇ ਆ। ਜ਼ਬੂਰ 112 ਉਹਦੀ 3 ਆਇਤ और आप देख रहे हैं तकरीबन जो भी वचन आप पढ़ रहे हैं ਉਹਦੇ ਵਿੱਚ ਧਰਮ ਧਾਰਮਿਕਤਾ ਦਾ ਨਾਲ ਸ਼ਬਦ ਜਿਹੜਾ ਆ ਉਹ ਨਾਲ इस्तेमाल हो रहा है जिहड़ा इस गल से जोर दिंदा है कि धार्मिकता दे विच की आशीषां साडे कोल पईयां जिन्ने वचन आपां बाइबल चों लभ सकते हैं धार्मिकता दे नाल रिलेटेड उन्ना ही साडे कोल एक धार्मिकता दा वजूद बन जांदा एक ढांचा बन जांदा है। हालेलुया। इसलिए असीं इस विषय विच जदों असीं अति पवित्र स्थान दे पढ़दे ते आए हैं ते हर एक पिछों देख के आए हैं बहुत सारे वचनां नूं विचों वचन चों लै के लभ के ਤੇ ਉਹਨਾਂ ਦੇ ਨਾਲ ਅਸੀਂ ਇੱਕ ਖਾਕਾ ਤਿਆਰ ਕਰਕੇ ਹੀ ਅੱਗੇ ਵਧ ਰਹੇ ਹਾਂ। ਹਾਲੇਲੂਇਆ। ਆ ਜਾਓ। ਧਨ ਦੌਲਤ ਉਹਦੇ ਘਰ ਵਿੱਚ ਹੈ ਹਾਂ ਅਤੇ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ। ਹਾਂ ਹਾਲੇਲੂਇਆ। ਨਾਲ ਸ਼ਬਦ ਕਿਹੜਾ ਆ ਗਿਆ ਧਰਮ ਉਹਦਾ ਸਦਾ ਤੀਕ ਦਾ ਬਣਿਆ ਰਹਿੰਦਾ ਹੈ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ। ਧਨ ਦੌਲਤ ਉਹਦੇ ਕਿੱਥੇ ਆ ਭਲਾ ਘਰ ਦੇ ਵਿੱਚ ਤੇ ਆਪਾਂ ਉਹਦੇ ਘਰ ਦੇ ਕੀ ਆ ਆਪਾਂ ਕੀ ਉਹਦੇ ਘਰ ਦੇ ਵਾਰਿਸ ਆ ਵਾਰਿਸ ਆ। ਹਾਲੇਲੂਇਆ। ਪੁੱਤਰ ਦੀਆਂ ਹੈਗੇ ਪੁੱਤਰ ਦੀਆਂ ਹੋਣ ਦੇ ਬਾਵਜੂਦ ਆਪਾਂ ਕੀ ਆ ਉਹਦੇ ਵਾਰਿਸ ਆ ਹੱਕਦਾਰ ਆ। ਹਾਲੇਲੂਇਆ। ਉਹਦੇ ਘਰ ਦੇ ਵਿੱਚ ਕੀ ਆ ਭਲਾ ਧਨ ਦੌਲਤ ਆ ਤੇ ਅਸੀਂ ਉਹਦੇ ਚ ਦੂਸਰੇ ਸ਼ਬਦਾਂ ਚ ਕੀ ਕਹਿੰਦੇ ਭਾਈਵਾਲ ਆ। ਹਾਲੇਲੂਇਆ। ਸੋ ਜਿੰਨਾ ਮਸੀਹ ਨੂੰ ਭਾਈਵਾਲ ਕੀਤਾ ਗਿਆ ਹੈ ਤੇ ਉਹਨੇ ਸਾਨੂੰ ਬਰਾਬਰ ਦਾ ਕਰ ਦਿੱਤਾ ਗਿਆ। ਹਾਲੇਲੂਇਆ। ਹਜੇ ਕਿ ਅਸੀਂ ਹੱਕਦਾਰ ਤਾਂ ਇੱਕ ਦੀਵਾਨੀ ਦੇ ਵੀ ਹੈ ਨਹੀਂਗੇ। ਹਾਲੇਲੂਇਆ। ਪਰ ਉਹਦੀ ਕਿਰਪਾ ਇੱਥੇ ਆਪਾਂ ਉਹਦੀ ਕਿਰਪਾ ਨੂੰ ਦੇਖਦੇ ਸ਼ਬਦ ਕਿਰਪਾ ਦੇ ਕਾਰਨ ਉਹਨੇ ਸਾਨੂੰ ਕਿੱਦਾਂ ਦਾ ਦਿੱਤਾ ਹੈ ਬਰਾਬਰ ਦਾ ਜਿੰਨਾ ਮਸੀਹ ਕੋਲ ਉਹਨੇ ਕੀ ਕਰਤਾ ਹੈ ਸਾਨੂੰ ਕਿਉਂਕਿ ਮਸੀਹ ਨੇ ਸਾਨੂੰ ਆਪਣੀ ਧਾਰਮਿਕਤਾ ਪਵਾਈ ਹੈ ਨਾ ਇਹਦਾ ਮਤਲਬ ਉਹਨੇ ਆਪਣੀ ਧਾਰਮਿਕਤਾ ਜਿਹੜੀ ਸਾਨੂੰ ਪਵਾਈ ਆ ਉਹ ਅਧੂਰੀ ਪਵਾਈ ਨਹੀਂ ਕਿੰਨੀ ਪਵਾਈ ਆ ਪੂਰੀ ਪਵਾਈ ਹੈ ਤੇ ਹੱਕਦਾਰ ਵੀ ਕਿੰਨੇ ਹੋਏ ਆਪਾਂ ਪੂਰੀ ਜਿੰਨਾ ਮਸੀਹ ਉਹਨੇ ਹੀ ਅਸੀਂ।
ਹਾਲੇਲੂਇਆ ਹਾਲੇਲੂਇਆ। 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 ਮਸੀਹ ਕਹਿੰਦਾ ਤੁਸੀਂ ਮੈਨੂੰ ਗੁਰੂ ਕਹਿੰਦੇ ਆ ਤੇ ਠੀਕ ਕਹਿੰਦੇ ਆ, ਕਿਉਂ ਜੋ ਮੈਂ ਹਾਂ। ਹਾਲੇਲੂਇਆ ਹੈਗਾ ਹੈ। ਉਹ ਸਭ ਕੁਛ ਆ। ਹਾਲੇਲੂਇਆ। ਉਹਦੇ ਚ ਕੋਈ ਦੋਸ਼ ਹੈ ਨਹੀਂਗਾ। ਪਰ ਅਸੀਂ ਉਹ ਲੋਕ ਆ ਜਿਹੜੇ ਦੋਸ਼ ਤੋਂ ਧੋਤੇ ਗਏ ਆ। ਹਾਲੇਲੂਇਆ। ਇਸ ਲਈ ਸਾਨੂੰ ਚਾਹੇ ਬਰਾਬਰ ਦਾ ਹੱਕ ਆ, ਪਰ ਫਿਰ ਵੀ ਅਸੀਂ ਉਹਦੇ ਅੱਗੇ ਕੀ ਕਰਦੇ ਰਹਿੰਦੇ ਆ? ਝੁਕਦੇ ਰਹਿੰਦੇ ਆ ਕਿ ਅਸੀਂ ਸਾਡੇ ਮਨ 'ਚ ਇੱਕ ਆਵਾਜ਼ ਨਿਕਲਦੀ ਰਹਿੰਦੀ ਆ, ਅਸੀਂ ਲਾਇਕ। ਹਾਲੇਲੂਇਆ ਹਾਲੇਲੂਇਆ। ਅਸੀਂ ਕਿੰਨਾ ਕੁਝ ਵੀ ਕਰ ਲਈਏ, ਕਿੰਨੇ ਵੀ ਪਵਿੱਤਰ ਹੋ ਜੇ, ਕਿੰਨੇ ਵੀ ਸ਼ੁੱਧ ਹੋ ਜੀ, ਸਾਡੇ ਮਨ 'ਚ ਇੱਕ ਆਵਾਜ਼ ਨਿਕਲਦੀ ਰਹਿੰਦੀ ਆ, ਅਸੀਂ ਲਾਇਕ ਨਹੀਂ। ਤੇ ਜੇ ਹਾਂ ਤੇ ਉਹਦੇ ਕਾਰਨ। ਹਾਲੇਲੂਇਆ। ਯਾਨੀ ਕਿ ਆਪਣੀ ਕਿਸੇ ਖੂਬੀ ਦੇ ਕਾਰਨ ਨਹੀਂ, ਉਹਦੇ ਬਹਾਏ ਗਏ ਲਹੂ ਦੇ ਕਾਰਨ ਔਰ ਉਹਦੀ ਪਹਿਨਾਈ ਗਈ ਧਾਰਮਿਕਤਾ ਦੇ ਕਾਰਨ। ਹਾਲੇਲੂਇਆ ਹਾਲੇਲੂਇਆ। ਸਮਝਦੇ ਮੇਰੀ ਗੱਲ? ਇਸ ਲਈ ਇਸ ਧਾਰਮਿਕਤਾ ਦਾ ਜਿਹੜਾ ਬਹੁਤ ਵੱਡਾ ਤੇ ਉੱਚਾ ਮਹੱਤਵ ਆ, ਹਾਲੇਲੂਇਆ। ਜਿਹਨੂੰ ਆਪਾਂ ਹਰ ਵਚਨ ਚੋਂ ਉਹਦੀ ਆਸ਼ੀਸ਼ ਨੂੰ ਵੀ ਦੇਖਦੇ, ਧਾਰਮਿਕਤਾ ਦੇ ਕੰਮ ਨੂੰ ਵੀ ਦੇਖਦੇ ਆ, ਧਾਰਮਿਕਤਾ ਸਾਨੂੰ ਕਿੱਦਾਂ ਮਿਲ ਰਹੀ ਆ ਉਹਨੂੰ ਵੀ ਦੇਖਦੇ, ਸਾਨੂੰ ਧਾਰਮਿਕਤਾ ਕਿੱਦਾਂ ਦਿੱਤੀ ਗਈ ਆ ਉਹਨੂੰ ਵੀ ਕੀ ਕਰ ਰਹੇ ਭਲਾ? ਦੇਖ ਰਹੇ ਆ ਬੜੀ ਗਹਿਰਾਈ। ਹਾਲੇਲੂਇਆ ਹਾਲੇਲੂਇਆ। ਸੋ ਇੱਥੇ ਕੀ ਆਇਆ ਹੈ? ਧਨ ਤੇ ਦੌਲਤ। ਇਹ ਇੱਕ ਧਨ ਹੁੰਦਾ ਆ ਵੀ ਮੈਂ ਮੁਬਾਰਕਾਂ ਦੇ ਵਿੱਚ ਗਿਣਿਆ ਜਾਂਦਾ। ਧਨ ਆ ਉਹ ਮਨੁੱਖ। ਹਾਲੇਲੂਇਆ। ਤੇ ਇੱਕ ਧਨ ਹੈਗਾ ਜਿਹੜਾ ਦੌਲਤ ਦੇ ਨਾਲ ਸੰਬੰਧ ਹੈ, ਪੈਸੇ ਦੇ ਨਾਲ। ਹਾਲੇਲੂਇਆ। ਹਾਲੇਲੂਇਆ। ਸਾਨੂੰ ਦੂਸਰੀ ਪ੍ਰਕਾਰ ਦੇ ਨਾਲ ਵੀ ਖੁਦਾ ਨੇ ਕੀ ਕਰ ਦਿੱਤਾ ਆ? ਮੁਬਾਰਕ ਧਨ ਕਰ ਦਿੱਤਾ ਆ। ਹਾਲੇਲੂਇਆ। ਤੇ ਧਨ ਦੌਲਤ ਵੱਲੋਂ ਵੀ ਸਾਨੂੰ ਪਿੱਛੇ ਰੱਖਿਆ ਨਹੀਂ। ਹਾਲੇਲੂਇਆ। ਕਿਉਂਕਿ ਉਹਦੇ ਘਰ ਦੇ ਵਿੱਚੋਂ। ਸੋ ਅਸੀਂ ਦੌਲਤ ਕਿੱਥੋਂ ਪਾਉਣੀ ਚਾਹੁੰਦੇ ਆ? ਸਾਨੂੰ ਦੌਲਤ ਕਿੱਥੋਂ ਪਾਉਣੀ ਚਾਹੀਦੀ ਆ? ਉਹਦੇ ਘਰ ਚੋਂ। ਤੇ ਸੱਚੇ ਸੁੱਚੇ ਢੰਗ ਦੇ ਨਾਲ। ਤੇ ਸੱਚੇ ਸੁੱਚੇ ਢੰਗ ਦੇ ਨਾਲ ਅਸੀਂ ਉਹਦੇ ਘਰ ਚੋਂ ਧਨ ਦੌਲਤ ਪਾਉਣੀ ਆ। ਤੇ ਸਾਨੂੰ ਧਾਰਮਿਕਤਾ ਦਾ ਪਿੱਛਾ ਕਰਨਾ ਪੈਣਾ ਹੈ, ਹੋਰ ਕੋਈ ਜਰੀਆ ਨਹੀਂ। ਹਾਲੇਲੂਇਆ। ਧਾਰਮਿਕਤਾ ਦਾ ਪਿੱਛਾ ਕਰਨਾ ਪੈਣਾ ਜੇ ਅਸੀਂ ਧਨ ਦੌਲਤ ਉਹਦੇ ਕੋਲੋਂ ਪ੍ਰਾਪਤ ਕਰਨਾ ਆ। ਬਾਕੀ ਜਿਹੜਾ ਆਪਣੀ ਬੁੱਧੀ ਨਾਲ ਆਪਣੇ ਜ਼ੋਰ ਨਾਲ ਧਨ ਪ੍ਰਾਪਤ ਕਰਾਂਗੇ, ਕਰਦੀ ਹੈ ਦੁਨੀਆ। ਮੈਂ ਭਾਰਤ ਦੇ ਵਿੱਚ ਦੇਖਿਆ ਕਿ ਜਿਹੜਾ ਅੰਬਾਨੀ ਫੈਮਿਲੀ ਆ, ਉਹਨਾਂ ਦਾ ਜਿਹੜਾ ਬੇਟਾ ਆ, ਕੀ ਨਾਮ ਹੈ ਜਿਹੜਾ ਅੰਬਾਨੀ, ਇੱਕ ਤਾਂ ਅਨਿਲ ਅੰਬਾਨੀ ਹੈ ਛੋਟਾ ਭਰਾ, ਵੱਡਾ ਹੈ ਮੁਕੇਸ਼ ਅੰਬਾਨੀ ਜਿਹੜਾ ਆ, ਉਹ ਅਖਬਾਰ 'ਚ ਲਿਖਿਆ ਗਿਆ ਕਿ ਏਸ਼ੀਆ ਦੇ ਸਭ ਤੋਂ ਵੱਡੇ ਧਨੀਆਂ ਦੇ ਵਿੱਚ ਕੀ ਹੋ ਗਿਆ ਹੈ? ਪਹਿਲੇ ਨੰਬਰ ਤੇ ਆ ਗਿਆ ਵੀ। ਹਾਲੇਲੂਇਆ। ਉਹਦੇ ਕੋਲ ਵੀ ਧਨ ਦੌਲਤ ਹੈ, ਪਰ ਉਹਦੇ 'ਚ ਧਨ ਦੌਲਤ ਕਿੱਦਾਂ ਹੈ? ਹਰ ਪਾਸੇ ਲੋਕਾਂ ਨੂੰ ਕਿਤੇ ਕਿਸੇ ਨੂੰ ਲੁੱਟ ਲਿਆ, ਕਿਸੇ ਦੀ ਥਾਂ ਤੇ ਕਬਜ਼ਾ ਕਰ ਲਿਆ, ਕਿਸੇ ਤੇ ਧਨ ਦੇ ਨਾਲ ਅਗਲੇ ਦਾ ਧਨ ਖੋਹ ਲਿਆ। ਹਾਲੇਲੂਇਆ। ਜੋ ਕੁਝ ਐਸੀਆਂ ਚੀਜ਼ਾਂ ਬਣਾ ਦਿੱਤੀਆਂ ਜਿਹਦੇ ਵਿੱਚੋਂ ਕਈ ਪ੍ਰਕਾਰ ਦੀ ਓਹਲਿਆਂ ਦੇ ਵਿੱਚੋਂ ਦੀ ਉਹਨਾਂ ਨੇ ਕਮਾਈਆਂ ਕਰ ਲਈਆਂ, ਉਹ ਧਨ ਇਕੱਠਾ ਕੀਤਾ। ਪਰ ਉਹ ਧਨ ਤੇ ਉਹ ਧਨ ਵਾਲੇ ਕਿੱਥੇ ਜਾਣਗੇ? ਨਰਕ ਦੀ ਅੱਗ ਦੇ ਵਿੱਚ। ਹਾਲੇਲੂਇਆ। ਸੋ ਉਹਨਾਂ ਦੇ ਧਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਦਾ ਧਨ ਜਿਹੜਾ ਉਹ ਨਾਸ਼ਵਾਨ ਹੈ। ਪਰ ਸਾਨੂੰ ਖੁਦਾ ਧਨ ਨਾਸ਼ਵਾਨ ਨਹੀਂ ਦੇਣਾ ਚਾਹੁੰਦਾ, ਅਵਿਨਾਸ਼ੀ ਧਨ ਦੇਣਾ ਚਾਹੁੰਦਾ। ਹਾਲੇਲੂਇਆ। ਧਰਤੀ ਤੇ ਵੀ ਸਾਡੇ ਕੋਲ ਉਹ ਐਸੀ ਦੌਲਤ ਸਾਨੂੰ ਦੇ ਦੇਣਾ ਚਾਹੁੰਦਾ ਆ, ਐਸਾ ਪੈਸਾ ਸਾਨੂੰ ਦੇ ਦੇਣਾ ਚਾਹੁੰਦਾ ਆ ਜਿਹਦੇ ਵਿੱਚ ਸ਼ਰਾਪ ਹੋਵੇ ਨਾ। ਹਾਲੇਲੂਇਆ। ਹਾਲੇਲੂਇਆ। ਬਸ ਸਾਨੂੰ ਐਵੇਂ ਬੁੱਧੀ ਨੂੰ ਲੜਾਉਣ ਦੀ ਲੋੜ ਨਹੀਂ। ਬੁੱਧੀ ਲੜਾ ਕੇ ਕੋਈ ਵੀ ਕਮਾਈ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਚ ਮੈਲ ਆ ਜਾਂਦੀ, ਕਿਉਂਕਿ ਬੁੱਧੀ ਵਿੱਚ ਕੀ ਆ? ਮੈਲ ਆ। ਜੋ ਮੈਲ ਸਾਡੀ ਬੁੱਧੀ ਵਿੱਚ ਆ, ਉਹ ਹੀ ਸਾਡੇ ਕੰਮ ਦੇ ਵਿੱਚ ਵੀ ਜਾਂਦੀ ਹੈ, ਜੇ ਇਹਨੂੰ ਇਸਤੇਮਾਲ ਕਰਕੇ ਕਰਦੇ ਆ। ਤੇ ਜੇ ਅਸੀਂ ਬੁੱਧੀ ਨੂੰ ਇਸਤੇਮਾਲ ਨਾ ਕਰੀਏ, ਪਵਿੱਤਰ ਆਤਮਾ ਦੇ ਹਵਾਲੇ ਆਪਣੇ ਆਪ ਨੂੰ ਰੱਖੀਏ, ਉਹਦੀ ਮਦਦ ਲਈਏ ਤੇ ਉਹਦੀ ਇੱਛਾ ਦੇ ਅਨੁਸਾਰ ਪਿਤਾ ਦੀ ਚੱਲੀਏ ਔਰ ਧਾਰਮਿਕਤਾ ਦਾ ਪਿੱਛਾ ਕਰੀਏ, ਤੇ ਖੁਦਾਵੰਦ ਸਾਨੂੰ ਦੌਲਤ ਦੇਣੀ ਜਾਣਦਾ ਹੈ। ਹਾਲੇਲੂਇਆ। 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 ਵਚਨ 'ਚ ਲਿਖਿਆ ਆ, ਹਨੇਰੇ ਦੇ ਖਜ਼ਾਨੇ ਤੈਨੂੰ ਉਹ ਦੇ ਦੂਗਾ। ਹਾਲੇਲੂਇਆ। ਹਨੇਰੇ ਦੇ ਖਜ਼ਾਨਿਆਂ ਤੋਂ ਭਾਵ ਕੀ ਹੈ? ਜਿਹੜੇ ਉਹ ਤੁਹਾਨੂੰ ਦੇ ਦੂਗਾ ਜਿਹੜੇ ਇਸ ਦੁਨੀਆ ਦੇ ਲੋਕਾਂ ਨੂੰ ਨਜ਼ਰ ਆਉਂਦੇ ਨਹੀਂ। ਤੇਰੇ ਤੇ ਉਹ ਖਜ਼ਾਨਿਆਂ ਨੂੰ ਕੀ ਕਰ ਦੂਗਾ? ਪ੍ਰਗਟ ਕਰ ਦੂਗਾ। ਹਾਲੇਲੂਇਆ। ਮਤਲਬ ਆਪਣੇ ਲੋਕਾਂ ਲਈ ਉਹਨੇ ਖਜ਼ਾਨੇ ਇਸ ਜ਼ਮੀਨ ਤੇ ਵੀ ਕੀ ਕੀਤੇ ਹੋਏ ਆ? ਛੁਪਾ ਕੇ ਰੱਖੇ ਹੋਏ ਆ। ਇਹ ਦੁਨੀਆ ਦੇ ਧਨੀ ਲੋਕ ਜਿੰਨੀ ਮਰਜ਼ੀ ਖੋਜ ਕਰਨ, ਉਹ ਖਜ਼ਾਨਿਆਂ ਨੂੰ ਪਾ ਸਕਦੇ ਨਹੀਂ।
ਤੇ ਸਵਰਗ 'ਚ ਜਿਹੜਾ ਸਾਡੇ ਲਈ ਖਜ਼ਾਨਾ ਹੈਗਾ ਉਹ ਤਾਂ ਹੈਗਾ ਹੀ ਆ। ਸਵਰਗ ਤੇ ਤਾਂ ਸਾਡੇ ਪੈਰ ਹੀ ਸੋਨੇ ਤੇ ਚੱਲਣੇ ਆ ਨਾ। ਹਾਲੇਲੂਇਆ। ਹਾਲੇਲੂਇਆ। ਤੇ ਸਾਡੇ ਜਿਹੜੀਆਂ ਐਂਟਰੀਆਂ ਜਿਹੜੇ ਗੇਟਾਂ ਦੇ ਵਿੱਚੋਂ ਉਹ ਤਾਂ ਕੀਮਤੀ ਬਹੁ ਮੁੱਲ ਜਿਹਨਾਂ ਦਾ ਰੇਟ ਹੀ ਨਹੀਂ ਲਗਾਇਆ ਜਾ ਸਕਦਾ, ਉਹਨਾਂ ਜਵਾਹਰ ਤਾਂ ਹੀਰਿਆਂ ਦੇ ਵਿੱਚੋਂ ਦੀ ਐਂਟਰੀਆਂ ਹੀ ਆ ਸਾਡੀਆਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਸਾਨੂੰ ਇੱਥੇ ਜਿੰਨਾ ਧਰਮ ਕਮਾ ਲਵਾਂਗੇ, ਹਾਲੇਲੂਇਆ, ਜਿੰਨਾ ਧਰਮ ਕਮਾ ਲਵਾਂਗੇ ਓਨੀ ਹੀ ਸਵਰਗ ਦੀ ਦੌਲਤ ਦੇ ਵੀ ਅਸੀਂ ਅਧਿਕਾਰੀ ਹੋ ਜਾਵਾਂਗੇ। ਜ਼ਮੀਨ ਤੇ ਵਚਨ ਚ ਲਿਖਿਆ ਜਿਹੜਾ ਚੱਲੂਗਾ ਉਹਨੂੰ 100 ਗੁਣਾ ਆ ਤੇ ਅਸਮਾਨ ਤੇ ਅਨੰਤ ਜੀਵਨ ਹੈ। ਜ਼ਮੀਨ ਤੇ ਕਿੰਨਾ ਬਈ? 100 ਗੁਣਾ। 100 ਗੁਣਾ। ਜੋ ਕੁਝ ਵੀ ਤੁਸੀਂ ਇੱਥੇ ਪਿੱਛਾ ਕਰਦੇ ਹੋਏ ਚੱਲੋਗੇ, ਖੁਦਾ ਲਈ ਕੁਝ ਤਿਆਗ ਕਰੋਗੇ, ਖੁਦਾ ਲਈ ਆਪਣੀ ਕਮਾਈ ਦਾ ਕੁਝ ਯੋਗਦਾਨ ਪਾ ਦੋਗੇ, ਉਹਦਾ ਤਾਂ 100 ਗੁਣਾ ਇੱਥੇ ਹੈਗਾ ਹੀ, ਉਹਦਾ ਪੱਕਾ ਹੀ ਆ। ਹਾਲੇਲੂਇਆ। ਤੇ ਅਸਮਾਨ ਤੇ ਕੀ ਆ? ਅਸਮਾਨ ਤੇ ਅਨੰਤ ਜੀਵਨ, ਜਿਹੜਾ ਤੁਹਾਡੇ ਤੋਂ ਖੋਇਆ ਜਾ ਸਕਦਾ ਨਹੀਂ, ਖੋਇਆ ਨਹੀਂ ਜਾ ਸਕਦਾ। ਅਨੰਤ ਜੀਵਨ ਤੇ ਉਹ ਪਿਤਾ ਦੀ ਸੰਤਾਨ ਹੋਣਾ। ਹਾਲੇਲੂਇਆ। ਹਾਲੇਲੂਇਆ। ਇਸ ਲਈ ਆ ਇਹ ਜਿਹੜਾ ਵਿਸ਼ਾ। ਆ ਜਾਓ ਅੱਗੇ ਚੱਲਦੇ ਆਪਾਂ ਦੇਖਿਆ ਆ ਉਹ ਧਨ ਦੇ ਨਾਲ ਕੀ ਕਰ ਦਿੰਦਾ ਉਹਨਾਂ ਨੂੰ? ਭਰਪੂਰ। ਕਿਹਨਾਂ ਨੂੰ ਕਰ ਦਿੰਦਾ ਭਲਾ? ਧਰਮੀਆਂ ਨੂੰ, ਜਿਹੜੇ ਕੀ ਕਰਦੇ ਆ? ਧਰਮ ਦਾ ਜਾਂ ਧਾਰਮਿਕਤਾ ਦਾ ਪਿੱਛਾ ਕਰਦੇ ਆ। ਸ਼ਬਦ ਚੇਤੇ ਰੱਖਿਓ ਕਿਉਂਕਿ ਵਿਸ਼ਾ ਆਪਣਾ ਇਹ ਹੈ, ਨਿਕਲ ਕੇ ਆਇਆ। ਹਾਲੇਲੂਇਆ। ਸੋ ਆ ਜਾਓ ਅੱਗੇ। ਇਹ ਇਸੇ ਨਾਲ ਹੀ ਰਿਲੇਟਡ, ਇਸੇ ਗੱਲ ਦੇ ਨਾਲ ਕਹੋ ਤਾਂ 15 ਉਹਦੀ 6 ਆਇਆ। ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਹਾਂ, ਪਰ ਦੁਸ਼ਟ ਦੀ ਖੱਟੀ ਨਾਲ ਕਸ਼ਟ ਹੁੰਦਾ ਹੈ। ਨਮਸਕਾਰ ਦਾ ਪ੍ਰਭੂ। ਕੀ ਯਕੀਨ ਕਰਦੇ ਤੁਸੀਂ ਇਦਾਂ? ਇਹ ਆਪਣੇ ਘਰ 'ਚ ਕਿੱਡਾ ਧਨ ਆ ਭਲਾ? ਕਿੱਡਾ ਧਨ ਆ? ਧਰਮੀ ਦੇ ਜਿਹੜਾ ਧਰਮੀ ਟਿਆ ਉਹਦੇ ਘਰ ਵਿੱਚ ਕਿੰਨਾ ਧਨ ਆ? ਵੱਡਾ ਧਨ ਆ। ਪਰ ਇਹਨਾਂ ਦਿਨਾਂ ਵਿੱਚ ਅਫਸੋਸ ਦੀ ਗੱਲ ਕੀ ਆ ਭਲਾ? ਦੁਰਭਾਗਿਆ ਦੀ ਗੱਲ ਕੀ ਆ? ਕਿ ਸਾਨੂੰ ਉਹ ਧਨ ਨਜ਼ਰ ਆਉਂਦਾ ਨਹੀਂ। ਕਾਰਨ ਕੀ ਆ? ਕਿ ਅਸੀਂ ਧਰਮੀ ਤਾਂ ਠਹਿਰਾਏ ਗਏ ਪਰ ਧਾਰਮਿਕਤਾ ਦਾ ਪਿੱਛਾ ਕਰਨ ਦੇ ਵਿੱਚ ਕੀ ਹੋ ਗਏ? ਠੰਡੇ ਹੋ। ਹਾਲੇਲੂਇਆ। ਅਸੀਂ ਧਰਮ ਦਾ ਕੋਈ ਕੰਮ ਕਰਨਾ ਸੀ, ਧਰਮ ਦੇ ਕੰਮ ਕੁਝ ਨਿਭਾਉਣੇ ਸੀ, ਸਾਡੇ ਕੋਲ ਹੀ ਧਨ ਸੀਗਾ। ਇਹਦੇ ਤੁਹਾਨੂੰ ਇੱਕ ਮਿਸਾਲ ਦੱਸਦੇ ਹੁੰਦੇ। ਇੱਕ ਪੁੱਤਰ ਆਪਣੀ ਮਾਂ ਨੂੰ ਇਦਾਂ ਉਹ ਭੇਜਦਾ ਰਿਹਾ ਚਿੱਠੀਆਂ, ਠੀਕ ਹੈ ਜੀ, ਬਜ਼ੁਰਗ ਮਾਤਾ ਸੀਗੀ, ਤੇ ਉਹਨੇ ਉਹਨਾਂ ਚਿੱਠੀਆਂ ਨੂੰ ਕੀ ਕਰਦੇ ਰਹਿਣਾ? ਆਪਣੇ ਸਿਰਹਾਣੇ ਥੱਲੇ ਰੱਖਦੇ ਜਾਣਾ। ਤੇ ਉਹਦੀ ਅਚਾਨਕ ਬਿਮਾਰੀ ਦੇ ਵਿੱਚ ਪੀੜਤ ਹੋਣ ਦੇ ਕਰਕੇ ਉਹਦੀ ਮੌਤ ਹੋ ਗਈ। ਤੇ ਪੁੱਤਰ ਦੂਰ ਦੇਸ਼ 'ਚ ਸੀਗਾ ਤੇ ਪੁੱਤਰ ਨੂੰ ਮੌਤ ਦੇ ਬਾਰੇ ਪਤਾ ਹੀ ਨਹੀਂ ਲੱਗਾ ਤੇ ਉਹਦੀ ਮੌਤ ਹੋਈ ਤੇ ਲੋਕਾਂ ਨੇ ਉਹਨੂੰ ਚੱਕਿਆ ਥੱਲਿਆ ਤੇ ਉਹਦਾ ਜਨਾਜ਼ੇ ਦੀ ਤਿਆਰੀਆਂ ਕਰਨ ਲੱਗੀ। ਤੇ ਉਹਨੂੰ ਜਦੋਂ ਉੱਥੋਂ ਚੱਕਿਆ ਨਲਾਉਣ ਦੇ ਲਈ ਤੇ ਉਹਦੇ ਬਿਸਤਰੇ ਨੂੰ ਸੈੱਟ ਕਰਨ ਲੱਗੇ ਤੇ ਉਹਦੇ ਸਿਰਹਾਣੇ ਥੱਲੇ ਚਿੱਠੀਆਂ ਪਈਆਂ ਸੀਗੀਆਂ ਤੇ ਚਿੱਠੀਆਂ ਦੇ ਵਿੱਚ ਕੀ ਸੀਗੇ? ਚੈੱਕ ਸੀਗੇ। ਹਾਲੇਲੂਇਆ। ਉਹ ਚੈੱਕ ਹੀ ਕਿੰਨੇ ਦੇ ਸੀਗੇ? ਹਜ਼ਾਰਾਂ ਲੱਖਾਂ ਰੁਪਏ ਦੇ ਚੈੱਕ ਸੀ। ਪਰ ਉਹਨੇ ਕੀ ਕੀਤਾ? ਉਹਨਾਂ ਚਿੱਠੀਆਂ ਨੂੰ ਖੋਲਣ ਦੀ ਨਹੀਂ ਕੋਸ਼ਿਸ਼ ਕੀਤੀ, ਉਹਨਾਂ ਚਿੱਠੀਆਂ ਨੂੰ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ 'ਚ ਕੀ ਆ। ਆਪਣੇ ਕੋਲ ਹੈਗੀ ਨਾ ਚਿੱਠੀ। ਹਾਲੇਲੂਇਆ। ਇਹ ਦੱਸਦੀ ਆ ਕਿੱਥੇ ਪਿਆ ਤੇ ਕਦੋਂ ਮਿਲ ਸਕਦਾ ਆ, ਕਿੰਨਾ ਮਿਲ ਸਕਦਾ ਆ, ਕਿੰਨਾ ਪਾ ਸਕਦਾ ਆ। ਇਹਦੇ 'ਚ ਸਾਰੇ ਪਰਸੈਂਟੇਜ ਵੀ ਕੱਢ ਕੇ ਕੀ ਕੀਤੇ ਹੋਏ ਭਲਾ? ਰੱਖੇ ਹੋਏ ਆ। ਤੇਰੇ ਲਈ ਬਰਕਤਾਂ। ਅਸਮਾਨੀ ਦਾ ਵੀ ਜ਼ਿਕਰ ਕੀਤਾ ਗਿਆ ਆ ਤੇ ਜਿਸਮਾਨੀ ਦਾ ਵੀ ਜ਼ਿਕਰ ਕੀਤਾ ਹੋਇਆ ਹੈ। ਪਰ ਅਫਸੋਸ ਦੀ ਗੱਲ, ਅਸੀਂ ਇਹਨੂੰ ਓਨੀ ਸ਼ਰਧਾ ਦੇ ਨਾਲ ਤੇ ਓਨੇ ਉਤਸ਼ਾਹ ਦੇ ਨਾਲ ਤੇ ਓਨੀਆਂ ਅੱਖਾਂ ਗਾੜ ਕੇ ਪੜ੍ਹਦੇ ਨਹੀਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਸਾਡੇ ਕੋਲ ਖੁਦਾ ਨੇ ਬਹੁਤ ਦੌਲਤ ਸਾਨੂੰ ਖੁਦਾ ਨੇ ਦਿੱਤੀ ਹੋਈ ਹੈ। ਧਰਮੀ ਦੇ ਘਰ ਦੇ ਵਿੱਚ ਦੌਲਤ ਧਨ ਹੈ। ਇਕੱਲਾ ਧਰਮੀ ਦੇ ਘਰ ਦੇ ਵਿੱਚ ਜਿਹੜਾ ਰੂਹਾਨੀ ਧਨ ਹੀ ਨਿਗਾ, ਕਿਹੜਾ ਧਨ ਹੈਗਾ ਆ? ਜਿਸਮਾਨੀ ਨਹੀਂ ਧਨ ਹੈਗਾ। ਹਾਲੇਲੂਇਆ। ਹਾਲੇਲੂਇਆ। ਅਸੀਂ ਧਾਰਮਿਕਤਾ ਦੇ ਪਿੱਛੇ ਚੱਲਾਂਗੇ ਤੇ ਆਪਣੇ ਆਪ ਹੀ ਇਹ ਧਨ ਸਾਡਾ ਪਿੱਛਾ ਕਰੂਗਾ, ਪਿੱਛੇ ਪੈ ਕੇ ਮਿਲੂਗਾ। ਕਲਾਮ 'ਚ ਕੀ ਲਿਖਿਆ ਹੈ ਭਲਾ? ਜੇ ਤੂੰ ਪਰਮੇਸ਼ਰ ਦੀ ਆਵਾਜ਼ ਨੂੰ ਮਨ ਲਗਾ ਕੇ ਸੁਣੇ ਤੇ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਮੈਂ ਤੈਨੂੰ ਉੱਚਾ ਕਰੂੰਗਾ ਤੇ ਧਰਤੀ ਦੀਆਂ ਸਾਰੀਆਂ ਆਸ਼ੀਸ਼ਾਂ ਤੇਰੇ ਪਿੱਛੇ ਪੈ ਕੇ ਤੈਨੂੰ ਕੀ ਹੋਣਗੀਆਂ ਭਲਾ? ਮਿਲ ਜਾਣਗੀਆਂ। ਹਾਲੇਲੂਇਆ। ਹਾਲੇਲੂਇਆ।
ਸੋ ਖੁਦਾਵੰਦ ਸਾਨੂੰ ਕਿਸੇ ਗੱਲੋਂ ਵੀ ਇਦਾਂ ਥੋੜੇ ਵਿੱਚ ਰੱਖਣਾ ਚਾਹੁੰਦਾ ਨਹੀਂ। ਜੇ ਅਸੀਂ ਥੋੜੇ ਵਿੱਚ ਰਹਿੰਦੇ ਆ ਤੇ ਅਸੀਂ ਆਪਣੇ ਕਿਸੇ ਮਿਸਟੇਕ ਦੇ ਕਾਰਨ, ਆਪਣੀ ਹੀ ਕਿਤੇ ਗਲਤੀ ਦੇ ਕਾਰਨ ਥੋੜੇ ਦੇ ਵਿੱਚ ਹੈਗੇ ਆ। ਖੁਦਾ ਦੇ ਵੱਲੋਂ ਕੋਈ ਥੋੜ ਹੈਗੀ ਨਹੀਂ। ਸੋ ਇਸ ਲਈ ਸਾਨੂੰ ਆਪਣੇ ਆਪ ਨੂੰ ਕੀ ਕਰਨਾ, ਆਪਣੀ ਧਾਰਮਿਕਤਾ ਨੂੰ ਜੋ ਤੁਹਾਨੂੰ ਖੁਦਾ ਨੇ ਪਹਿਨਾਈ ਆ ਮਸੀਹ ਦੀ, ਉਸ ਮਸੀਹ ਦੀ ਧਾਰਮਿਕਤਾ ਨੂੰ ਕੀ ਕਰਨਾ ਪੈਣਾ, ਚੰਗੀ ਤਰ੍ਹਾਂ ਸਮਝਣਾ ਪੈਣਾ। ਹਾਲੇਲੂਇਆ, ਹਾਲੇਲੂਇਆ। ਮਸੀਹ ਧਰਤੀ ਤੇ ਚੱਲ ਰਿਹਾ ਸੀ, ਧਰਤੀ ਦੇ ਲੋਕਾਂ ਨੇ ਉਹਨੂੰ ਕੀ ਪਾਉਣਾ ਚਾਹਿਆ ਭਲਾ, ਮੁਕਟ। ਹਾਲੇਲੂਇਆ, ਹਾਲੇਲੂਇਆ। ਸਿੱਧਾ ਮਤਲਬ ਆ ਉਹਨੇ ਕੀ ਕਰਤਾ, ਮੁਕਟ ਦਾ ਇਨਕਾਰ ਕਰ ਦਿੱਤਾ। ਸੋ ਸਾਡੇ ਕੋਲ ਆਸ਼ੀਸ਼ਾਂ ਹੈਗੀਆਂ ਆ, ਇਹਦਾ ਅਸੀਂ ਕਦੀ ਵੀ ਇਨਕਾਰ ਕਰ ਸਕਦੇ ਨਹੀਂ। ਹਾਂ, ਵੱਖਰੀ ਗੱਲ ਹੈ ਕਿ ਅਸੀਂ ਆਸ਼ੀਸ਼ ਦੇ ਵਿੱਚ ਉਲਝਣਾ ਚਾਹੁੰਦੇ ਨਹੀਂ, ਉਹ ਵੱਖਰੀ ਗੱਲ ਹੈ। ਪਰ ਕਿਸੇ ਅੱਗੇ ਆਪਾਂ ਇਹ ਰੋਣਾ ਨਹੀਂ ਰੋ ਸਕਦੇ ਕਿ ਮੇਰੇ ਕੋਲ ਬਰਕਤ ਹੈਗੀ। ਹਾਲੇਲੂਇਆ, ਹਾਲੇਲੂਇਆ। ਤੀਸਰੇ ਸਵਰਗ ਦਾ ਕਬੂਲ ਕੀਤਾ ਹੋਇਆ ਪਰਮੇਸ਼ਰ ਦਾ ਪੁੱਤਰ, ਪਰਮੇਸ਼ਰ ਦੀ ਸੰਤਾਨ ਧਰਤੀ ਦੇ ਨਕਾਰੇ ਤੇ ਨਿਕੰਮੇ ਤੇ ਗੁਨਾਹਗਾਰ ਲੋਕਾਂ ਦੇ ਅੱਗੇ ਇਦਾਂ ਕਹਿ ਦੇਵੇ ਕਿ ਮੇਰੇ ਕੋਲ ਬਰਕਤ ਨਹੀਂ ਜਾਂ ਮੇਰਾ ਸਰਦਾ ਨਹੀਂ, ਇਹ ਉਹ ਪਰਮੇਸ਼ਰ ਦੀ ਕੀ ਆ ਭਲਾ, ਬੇਇੱਜ਼ਤੀ। ਹਾਲੇਲੂਇਆ। ਇਸ ਲਈ ਅਸੀਂ ਜਦੋਂ ਵੀ ਉਹਦੀ ਹਜ਼ੂਰੀ ਵਿੱਚ ਇੱਕ ਦਿਨ ਹੀ ਕਿਤੇ ਰੋੜ ਪਿੱਟ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਬੈਠ ਜਾ, ਪ੍ਰਭੂ ਸਾਨੂੰ ਆਪਣੀ ਧਾਰਮਿਕਤਾ ਦੀ ਪਹਿਚਾਣ ਕਰਾ। ਇਸ ਗੱਲ ਲਈ ਨਹੀਂ ਬਹਿਣਾ ਕਿ ਮੈਨੂੰ ਧਨ ਦੌਲਤ ਦੇ, ਕੱਲ ਦੀ ਪਹਿਚਾਣ ਕਰਾ ਤੇ ਤੇਰੇ ਘਰ ਚੋਂ ਹੀ ਤੈਨੂੰ ਕੀ ਮਿਲ ਜੂਗੀ, ਦੌਲਤ। ਧਰਮੀ ਦੇ ਘਰ ਵਿੱਚ ਕੀ ਆ, ਵੇ ਝੂਠ ਗਾਲਿਆ ਕਿ ਸੱਚ ਦੱਸੋ। ਧਰਮੀ ਦੇ ਘਰ ਵਿੱਚ ਕੀ ਆ, ਹਾਲੇਲੂਇਆ। ਧਨ ਆਪਣੇ ਘਰੇ ਹੀ ਆ, ਕਿਤੇ ਦੂਰ ਨਹੀਂ। ਹਾਲੇਲੂਇਆ। ਪਰ ਉਹ ਪ੍ਰਗਟ ਹੋਣਾ ਜਿੱਦਾਂ ਵਰਦਾਨ ਪ੍ਰਗਟ ਹੁੰਦੇ ਆ ਖੁਦਾ ਦੀ ਹਜ਼ੂਰੀ ਚ ਰਹਿਣ ਨਾਲ, ਤੇ ਆਤਮਾ ਦੇ ਫਲ ਪ੍ਰਗਟ ਹੁੰਦੇ ਆ ਖੁਦਾ ਦੀ ਆਗਿਆ ਨੂੰ ਮੰਨਣ ਦੇ ਨਾਲ। ਹਾਲੇਲੂਇਆ। ਇਸੇ ਪ੍ਰਕਾਰ ਖੁਦਾ ਦੀ ਹਜ਼ੂਰੀ ਦੇ ਵਿੱਚ ਰਹਿਣ ਦੇ ਨਾਲ ਇਕੱਲੇ ਵਰਦਾਨ ਤੇ ਫਲ ਹੀ ਨਹੀਂ ਮਿਲਦੇ, ਕੀ ਮਿਲਦਾ ਆ, ਧਨ ਤੇ ਦੌਲਤ ਵੀ ਮਿਲਦੀ ਆ। ਪਰ ਮਨ ਆਪਾਂ ਬਣਾ ਲਈਏ ਧਾਰਮਿਕਤਾ ਦਾ, ਕੀ ਕਰੀਏ, ਪਿੱਛਾ ਕਰੀਏ। ਹਾਲੇਲੂਇਆ। ਧਾਰਮਿਕਤਾ ਦਾ ਪਿੱਛੇ ਦੇ ਵਿੱਚ ਮੈਂ ਤੁਹਾਨੂੰ ਪਿਛਲੇ ਦਿਨਾਂ 'ਚ ਦੱਸ ਚੁੱਕਾ ਹਾਂ, ਆਸੇ ਪਾਸੇ ਦੇ ਲੋਕਾਂ ਲਈ ਆਪਾਂ ਕੀ ਲੈ ਲਈਏ, ਬੋਝ ਲੈ ਲਈਏ। ਕਿਉਂਕਿ ਚਾਹੇ ਉਹ ਧਨੀ ਆ, ਚਾਹੇ ਕਿਸੇ ਵੀ ਜਾਤੀ ਦੀ ਆ, ਸਾਨੂੰ ਇਹ ਸਮਝਣਾ ਚਾਹੀਦਾ ਉਹ ਕਿੱਥੇ ਫਸੇ ਪਏ ਆ ਭਲਾ, ਪਾਪ ਦੇ ਵਿੱਚ ਫਸੇ ਪਏ। ਸਾਨੂੰ ਖੁਦਾ ਨੇ ਧਰਮੀ ਠਹਿਰਾਇਆ। ਅਸੀਂ ਆਪਣੀ ਧਾਰਮਿਕਤਾ ਦਾ ਜਦੋਂ ਕੰਮ ਕਰਦੇ ਆ ਤੇ ਸਾਨੂੰ ਇਹਨਾਂ ਨੂੰ ਵੀ ਕੀ ਕਰਨਾ ਆ, ਕੱਢ ਕੇ ਲਿਆਉਣਾ। ਹਾਲੇਲੂਇਆ, ਹਾਲੇਲੂਇਆ। ਸੋ ਇੱਕ ਖੁਦਾ ਦੇ ਦਾਸ ਨੇ ਮੈਨੂੰ ਬੜੇ ਸਮੇਂ ਪਹਿਲਾਂ ਦੱਸਿਆ ਸੀਗਾ, ਜਿਹੜੀ ਪ੍ਰਾਰਥਨਾ ਆ, ਪ੍ਰਾਰਥਨਾ ਕੀ ਆ, ਖੁਦਾ ਦੇ ਨਾਲ ਸੰਗ ਹੋਣਾ ਹੈ। ਪ੍ਰਾਰਥਨਾ ਦੇ ਨਾਲ ਕੀ ਹੁੰਦਾ ਹੈ, ਪਰਮੇਸ਼ਰ ਦੇ ਨਾਲ ਸੰਗ ਹੁੰਦਾ ਸੀ। ਹਾਲੇਲੂਇਆ। ਤੇ ਸੰਗ ਤਾਂ ਤੁਹਾਨੂੰ ਪਤਾ, ਜਦੋਂ ਸੰਗ ਹੋ ਗਿਆ ਤੇ ਫਿਰ ਤਾਂ ਕੁਝ ਨਾ ਕੁਝ ਪੈਦਾ ਹੋਣਾ ਹੀ ਹੈ। ਆਦਮ ਨੇ ਹਵਾ ਦੇ ਨਾਲ ਕੀਤਾ ਤੇ ਕੁਝ ਪੈਦਾ ਹੋ ਗਿਆ। ਹਾਲੇਲੂਇਆ। ਸੋ ਸਾਡਾ ਪਿਤਾ ਦੇ ਨਾਲ ਸੰਗ ਹੋਊਗਾ ਤੇ ਕੀ ਹੋਊਗਾ, ਕੁਝ ਪੈਦਾ ਹੋਊਗਾ। ਜੇ ਸੱਚੀ ਮੁੱਚੀ ਅਸੀਂ ਬੋਝ ਵਾਲੀ ਪ੍ਰਾਰਥਨਾ ਕਰਨ ਵਾਲੇ ਆ ਤੇ ਸਾਨੂੰ ਆਪਣੇ ਆਸੇ-ਪਾਸੇ ਦੇ ਲੋਕਾਂ ਨੇ ਕੀ ਆ ਜਾਣਾ ਹੈ, ਬੋਝ ਆ ਜਾਣਾ। ਹਾਲੇਲੂਇਆ। ਬੋਝ ਆ ਜਾਣਾ ਹੈ ਕਿ ਅਸੀਂ ਉਹਨਾਂ ਨੂੰ ਕੀ ਕਰੀਏ, ਖੁਦਾ ਤੱਕ ਪਹੁੰਚਾਈਏ, ਖੁਦਾ ਦੀ ਹਜ਼ੂਰੀ ਤੱਕ ਉਹਨਾਂ ਨੂੰ ਲੈ ਕੇ ਆਈਏ। ਸੋ ਪ੍ਰਾਰਥਨਾ ਦੇ ਵਿੱਚ ਐਸਾ ਸਾਨੂੰ ਮਹਿਸੂਸ ਹੋਣਾ ਚਾਹੀਦਾ ਹੈ, ਸੰਗ ਆ ਤੇ ਮਹਿਸੂਸ ਹੋ ਜਾਂਦਾ ਹੈ, ਫੀਲਿੰਗਸ ਆ ਜਾਂਦੀ ਹੈ। ਸੋ ਜਦੋਂ ਤੁਹਾਨੂੰ ਲੱਗੂਗਾ ਨਾ ਪਿਤਾ ਦੇ ਨਾਲ ਸੰਗ ਹੋਇਆ, ਜ਼ਰੂਰ ਇੱਕ ਫੀਲਿੰਗ ਆਊਗੀ, ਇੱਕ ਆਂਸੂ ਆਉਣਗੇ, ਇੱਕ ਪ੍ਰਭੂ ਦੇ ਨਾਲ ਪਿਆਰ ਆਊਗਾ ਔਰ ਪ੍ਰਭੂ ਦੀ ਰਜ਼ਾ ਸਾਡੇ ਵਿੱਚੋਂ ਦੀ ਪ੍ਰਗਟ ਹੋਣੀ ਸ਼ੁਰੂ ਹੋ ਜਾਊਗੀ। ਹਾਲੇਲੂਇਆ, ਹਾਲੇਲੂਇਆ। ਅਗਲੀ ਗੱਲ, ਭਲਾਈ ਦੇ ਵਿਚਾਰ ਅਤੇ ਭਲਾਈ ਕਰਨ ਦੀ ਇੱਛਾ ਆਉਂਦੀ ਹੈ। ਜਿਹੜੇ ਧਰਮ ਦਾ ਪਿੱਛਾ ਕਰਦੇ, ਧਾਰਮਿਕ ਦਾ ਪਿੱਛਾ ਕਰਦੇ, ਉਹਨਾਂ ਦੇ ਲਈ ਕੀ ਹੁੰਦੇ, ਧਾਰਮਿਕ ਤੇ ਵਿਚਾਰ ਔਰ ਕਿੰਦਾ ਨਾਲ ਭਲਾਈ ਦੇ ਵਿਚਾਰ ਔਰ ਭਲਾਈ ਕਰਨ ਦੀ ਕੀ ਆਉਂਦੀ ਆ, ਇੱਛਾ ਆਉਂਦੀ। ਵਿਚਾਰ ਆ ਗਿਆ ਔਰ ਭਲਾਈ ਕਰਨ ਦੀ ਕੀ ਨਾਲ ਹੁੰਦੀ ਆ, ਇੱਛਾ ਵੀ ਹੁੰਦੀ ਹੈ। ਸੋ ਆਪਣੇ ਜੀਵਨਾਂ 'ਚ ਅਸੀਂ ਚੈੱਕ ਕਰਨਾ ਕਿਹੜੇ ਵਿਚਾਰ ਆਉਂਦੇ ਸਾਡੇ ਵਿੱਚ, ਫੁੱਟਾਂ ਪਾਉਣ ਵਾਲੇ, ਵੈਰ ਕਰਾਉਣ ਵਾਲੇ, ਵਿਰੋਧ ਕਰਨ ਵਾਲੇ, ਇੱਕ ਦੂਸਰੇ ਤੋਂ ਜਲਨ ਪੈਦਾ ਕਰਨ ਵਾਲੇ, ਜਾਂ ਟੁੱਟਿਆ ਹੋਇਆਂ ਨੂੰ ਜੋੜਨ ਵਾਲੇ। ਹਾਲੇਲੂਇਆ। ਜਾਂ ਵਿਗੜੇ ਹੋਇਆਂ ਨੂੰ ਬਣਾਉਣ ਵਾਲੇ, ਉਹ ਅਸੀਂ ਆਪਣੇ ਆਪ 'ਚ ਆਪ ਚੈੱਕ ਕਰਨਾ। ਸੋ ਨੀਤੀ ਵਚਨ ਜਾਂ ਕਹੌਤਾਂ 11 ਦੇ ਉਹਦੀ 23 ਹੈ। ਧਰਮੀ ਦਾ ਮਨੋਰਥ ਨੇਕ ਹੀ ਹੈ। ਦੇਖ ਲਓ, ਚੈੱਕ ਕਰ ਲਓ ਵੀ ਸਹੀ ਐਤ ਪੜ੍ਹਦੇ ਆ।
ਕਿਉਂਕਿ ਮੈਂ ਤਾਂ ਅਨੁਵਾਦ ਤੁਹਾਡੇ ਪੜ੍ਹੇ ਤੇ ਕਰਨਾ ਆ। ਹਾਲੇਲੂਇਆ। ਕੌਤਾਂ 11:23। ਧਰਮੀ ਦਾ ਮਨੋਰਥ ਨੇਕ ਹੀ ਹੈ। ਧਰਮੀ ਦਾ ਮਨੋਰਥ ਕੀ ਹੁੰਦਾ ਭਲਾ? ਮਨੋਰਥ ਕੀ ਹੁੰਦਾ ਭਲਾ? ਲਾਲਸਾ। ਲਾਲਸਾ ਜਾਂ ਮਨ ਦੀ ਗੱਲ, ਮਨ ਦੀ ਇੱਛਾ। ਹਾਲੇਲੂਇਆ। ਧਰਮੀ ਦੇ ਮਨ ਦੀ ਇੱਛਾ ਹਮੇਸ਼ਾ ਕੀ ਰਹਿੰਦੀ ਹੈ ਭਲਾ? ਭਲਾਈ। ਭਲੀ ਰਹਿੰਦੀ ਆ। ਹਾਂ ਪਰ ਦੁਸ਼ਟ ਦੀ ਉਡੀਕ ਕਹਿਰ ਹੈ। ਹਾਂ, ਜਿਹੜਾ ਦੁਸ਼ਟ ਆ ਉਹਨੂੰ ਕੌਣ ਉਡੀਕਦਾ ਭਲਾ? ਕਹਿਰ ਹੀ ਉਡੀਕਣ ਦੀ। ਹਾਲੇਲੂਇਆ। 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 ਪਰ ਧਰਮੀ ਦੇ ਅੰਦਰ ਕਿਹੜੀ ਇੱਛਾ ਰਹਿੰਦੀ ਆ? ਭਲਾਈ ਦੀ। ਭਲਾਈ ਦੀ ਇੱਛਾ ਰਹਿੰਦੀ ਆ। ਆਪਾਂ ਆਪਣੇ ਆਪ ਨੂੰ ਚੈੱਕ ਕਰੀਏ ਇਹਨਾਂ ਦਿਨਾਂ ਵਿੱਚ ਕਿ ਕੋਈ ਐਸੀ ਇੱਛਾ ਹੁੰਦੀ ਹੈ ਜਿਹਦੇ ਨਾਲ ਕਿਸੇ ਦਾ ਨੁਕਸਾਨ ਚਾਹੁੰਦੀ ਹੈ, ਜਾਂ ਜਿਹਦੇ ਤੋਂ ਸਾਨੂੰ ਜਲਨ ਆਉਂਦੀ ਹੈ, ਜਾਂ ਕੁਛ ਇੱਦਾਂ ਦਾ, ਤੇ ਉਸ ਚੀਜ਼ ਨੂੰ ਕੀ ਕਰਨਾ? ਮੰਨਣਾ ਹੈ ਖੁਦਾ ਦੀ ਹਜ਼ੂਰੀ ਵਿੱਚ। ਉਸ ਸ਼ਕਤੀ ਨੂੰ ਕੀ ਕਰਨਾ ਹੈ? ਡਾਂਟਣਾ ਹੈ। ਵੀ ਜਿਹੜੀ ਸ਼ਕਤੀ ਮੇਰੇ ਮਨ ਵਿੱਚ ਕਿਸੇ ਦੇ ਲਈ ਬੁਰੇ ਵਿਚਾਰ ਪੈਦਾ ਕਰਦੀ ਆ, ਵੈਰ ਪੈਦਾ ਕਰਦੀ ਆ, ਉਸ ਸ਼ਕਤੀ ਨੂੰ ਮੈਂ ਕੀ ਕਰ ਦੇਣਾ ਆ? ਡਾਂਟਣਾ ਆ ਕਿ ਮੇਰੇ ਜੀਵਨ ਚੋਂ ਉਖੜ ਜਾਏ। ਹਾਲੇਲੂਇਆ। ਉਹਨੂੰ ਪੈਦਾ ਕਰਨ ਵਾਲੀ ਸ਼ਕਤੀ। ਸੋ ਇਹ ਜਿਹੜੇ ਆਪਾਂ ਵਿਚਾਰ ਕਰਦੇ ਆ ਇਹ ਪਾਪ ਨਹੀਂ। ਹਾਲੇਲੂਇਆ। ਚੋਰੀ ਕਰਦੇ ਆ ਇਹ ਪਾਪ ਨਹੀਂ। ਨਸ਼ਾ ਕਰਦੇ ਆ ਇਹ ਪਾਪ ਨਹੀਂ। ਇਹ ਅਸਲ ਵਿੱਚ ਕੀ ਆ? ਪਾਪ ਦੇ ਕੰਮ ਨੇ। ਪਾਪ ਦੇ ਕੀ ਹੈ? ਇਹ ਕੰਮ ਆ, ਕੰਮ। ਸੋ ਇਹ ਕਿਉਂ ਸਾਡੇ ਕੋਲ ਹੁੰਦਾ ਆ? ਇੱਛਾ ਕਰਨ। ਕਿਉਂ ਇਹ ਸਾਡੇ ਕੋਲ ਕਿਉਂ ਹੋ ਜਾਂਦਾ? ਵਿਚਾਰ ਕਿਉਂ ਹੋ ਜਾਂਦਾ ਹੈ? ਚੋਰੀ ਕਿਉਂ ਹੋ ਜਾਂਦੀ? ਝੂਠ ਕਿਉਂ ਹੋ ਜਾਂਦਾ ਆ? ਇਹ ਤਾਂ ਕੰਮ ਹੈ ਉਹਦੇ। ਇਹ ਕਿਉਂ ਹੋ ਜਾਂਦਾ? ਕਿਉਂਕਿ ਕਿਤੇ ਨਾ ਕਿਤੇ ਪਾਪ ਦਾ ਸਾਡੇ ਉੱਤੇ ਕੀ ਆ? ਵਾਸ ਹੈ। ਹਾਲੇਲੂਇਆ। ਤੇ ਉਹ ਪਾਪ ਜਿਹੜੀ ਮੇਨ ਤਾਕਤ ਆ, ਜਿਹੜੀ ਇਹਨਾਂ ਤਾਕਤਾਂ ਨੂੰ ਕੀ ਕਰਦੀ ਆ? ਪੈਦਾ ਕਰਦੀ ਆ। ਹਾਲੇਲੂਇਆ। ਪਾਪ ਦੀਆਂ ਕਿਰਿਆਵਾਂ ਜਿਹੜੀਆਂ ਆ, ਕੰਮ ਜਿਹੜੇ ਆ, ਉਹ ਪੈਦਾ ਇਹ ਕਰਦੀ ਆ। ਤੇ ਅਸੀਂ ਕੀ ਕਰਨਾ ਆ? ਅਸੀਂ ਡਾਂਟਦੇ ਰਹਿੰਦੇ ਕਈ ਵਾਰੀ ਇਹਨਾਂ ਚੀਜ਼ਾਂ ਨੂੰ, ਵਿਚਾਰ ਨੂੰ, ਇਹਨਾਂ ਤਾਕਤਾਂ ਨੂੰ ਡਾਂਟਦੇ ਰਹਿੰਦੇ ਆ। ਪਰ ਜਿਹੜੀ ਇਹਨਾਂ ਨੂੰ ਪੈਦਾ ਕਰਦੀ ਆ, ਮੰਨ ਲਓ ਉਹ ਜੜ ਉੱਥੇ ਹੀ ਆ, ਤੇ ਆਪਾਂ ਟਾਹਣੀਆਂ ਕੀ ਕਰਦੇ ਰਹਿੰਦੇ ਆ? ਛਾਂਗਦੇ ਨੇ। ਕੱਟਦੇ ਰਹਿੰਦੇ। ਉਹ ਜੜ ਫਿਰ ਕੀ ਕਰਦੀ ਹੈ? ਫਿਰ ਪੁੱਟਦੀ ਹੈ। ਤੇ ਕੀ ਕਰੀਏ ਫਿਰ? ਹਾਂ, ਮੈਂ ਇੱਕ ਬਬਲੀ ਮੈਡਮ ਨੂੰ ਦਿੱਤਾ ਸੀ ਹਿੰਦੀ ਵਿੱਚ, ਸਾਡੇ ਕੋਲ ਵਿਸ਼ਾ ਹੈ 50 ਦੇ ਕਰੀਬ ਉਹਦੇ ਵਿੱਚ ਜ਼ਿਕਰ ਆ ਪਾਪ ਦੇ ਕੰਮਾਂ ਦੀ। ਹਾਲੇਲੂਇਆ। ਤੇ ਉਹਨੂੰ ਅਸੀਂ ਪੰਜਾਬੀ 'ਚ ਵੀ ਕਰ ਰਹੇ ਹਾਂ, ਹਿੰਦੀ 'ਚ ਵੀ, ਤੇ ਦੋਨੇ ਤੇਰੇ ਦਿਨਾਂ ਅਸੀਂ ਪ੍ਰਭੂ ਨੇ ਚਾਹਿਆ ਤੇ ਤੁਹਾਨੂੰ ਉਹਦੇ ਪੂਰੇ ਪਰਚੇ ਛਾਪ ਕੇ ਦੇ ਦੇਵਾਂਗੇ। ਔਰ ਤੁਸੀਂ ਜਦੋਂ ਵੀ ਪ੍ਰਾਰਥਨਾ ਕਰਦੇ ਉਹਦੇ 'ਚ ਉਹਨੂੰ ਵੀ ਐਡ ਕਰ ਲੈਣਾ। ਔਰ ਇਹ ਕਹਿ ਕੇ ਉਹਨਾਂ ਤਾਕਤਾਂ ਦਾ ਨਾਮ ਲੈ ਕੇ ਤੇ ਉਸ ਤਾਕਤ ਨੂੰ ਪੈਦਾ ਕਰਨ ਵਾਲੀ ਤਾਕਤ ਨੂੰ ਵੀ ਡਾਂਟਣਾ ਆ। ਹਾਲੇਲੂਇਆ। ਕਿਉਂਕਿ ਵਚਨ 'ਚ ਲਿਖਿਆ ਜ਼ਮੀਨ ਤੇ ਬੰਨੋਗੇ ਤੇ ਅਸਮਾਨ ਤੇ ਵੱਜ ਜਾਏਗਾ। ਹਾਲੇਲੂਇਆ। ਇਹਨਾਂ ਤਾਕਤਾਂ ਨੂੰ ਬੰਨਣਾ ਹੈ। ਇਹਨਾਂ ਤਾਕਤਾਂ ਨੂੰ ਘਰਾਂ ਚੋਂ, ਜੀਵਨਾਂ ਚੋਂ, ਕਲੀਸਿਆ ਚੋਂ ਕੱਢਣ ਦਾ ਹਰੇਕ ਨੇ ਕੀ ਦੇਣਾ ਆ? ਆਗਿਆ ਦੇਣੀ। ਹਾਲੇਲੂਇਆ। ਕਿਉਂਕਿ ਅਸੀਂ ਕਈ ਵਾਰੀ ਆਪਣੇ ਅਧਿਕਾਰ ਨੂੰ ਇਸਤੇਮਾਲ ਕਰ ਨਹੀਂ ਰਹੇ, ਤੇ ਉਹ ਕੀ ਹੁੰਦਾ ਆ? ਜਦੋਂ ਆਪਾਂ ਅਧਿਕਾਰ ਨੂੰ ਇਸਤੇਮਾਲ ਨਹੀਂ ਕਰਦੇ, ਇਸੇ ਲਈ ਕਈ ਵਾਰੀ ਥਾਣੇ ਵਿੱਚ ਜਾਂਦੇ ਤੇ ਅਸੀਂ ਪੁਲਿਸ ਵਾਲੇ ਤੋਂ ਕੀ ਕਰਦੇ ਆ? ਡਰ ਜਾਂਦੇ। ਤੇ ਜਿਨ੍ਹਾਂ ਨੂੰ ਅਧਿਕਾਰਾਂ ਦਾ ਪਤਾ ਹੁੰਦਾ ਉਹ ਕਿਦਾਂ ਬਰਾਬਰ ਕੁਰਸੀ ਤੇ ਜਾ ਕੇ ਬਹਿਣ ਦੇ ਸਾਹਮਣੇ, ਹਾਂ ਵੀ ਦੱਸ ਵੀ ਆ ਕੀ ਤੇਰਾ ਚੱਕਰ ਹੈ? ਉਹ ਅਗਲਾ ਬੋਲ ਸਕਦਾ ਨਹੀਂ, ਕਿਉਂਕਿ ਅਸੀਂ ਜਦੋਂ ਗੱਲ ਕਰਨੀ ਤੇ ਅਸੀਂ ਕੀ ਕਰਨਾ ਹੈ? ਉਸ ਧਾਰਾ ਨੂੰ ਜਾਣਦੇ ਹੋਏ ਧਾਰਾ ਦਾ ਨਾਮ ਲੈ ਕੇ ਉਹਨੂੰ ਦੱਸਣਾ, ਭਾਈ ਇਸ ਹਿਸਾਬ ਦੇ ਨਾਲ ਤਾਂ ਇਦਾਂ ਹੈ, ਤੂੰ ਕਿਦਾਂ ਇਦਾਂ ਹੈ? ਹਾਲੇਲੂਇਆ। ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਇੱਕ ਅਧਿਕਾਰੀ ਸਾਡੇ ਅੰਦਰ ਕਈ ਵਾਰੀ ਆਪਣੀ ਜਿਹੜੀ ਉਹ ਤਾਕਤ ਨੂੰ ਭੇਜਦਾ, ਪਾਪ ਨੂੰ ਭੇਜਦਾ। ਕਿਉਂਕਿ ਪਾਪ ਕਿਹਦੇ ਵੱਲੋਂ ਆ ਭਲਾ? ਪਾਪ ਕਿਹਦੇ ਵੱਲੋਂ ਆ? ਸ਼ੈਤਾਨ ਵੱਲੋਂ ਆ। ਤੇ ਸ਼ੈਤਾਨ ਕੀ ਕਰਦਾ? ਸਾਡੇ ਕੋਲ ਤਾਂ ਆਉਂਦਾ ਨਹੀਂ, ਸਾਡੇ ਵਿੱਚੋਂ ਕੀ ਕਰਦਾ ਹੈ? ਚੁੱਪ ਕੇ ਸੇ ਆਰਾਮ ਦੇ ਨਾਲ ਉਹ ਉਸ ਪੈਦਾ ਕਰਨ ਵਾਲੀ ਤਾਕਤ ਨੂੰ ਕੀ ਕਰ ਦਿੰਦਾ ਆ? ਉਹ ਭੇਜ ਦਿੰਦਾ। ਇਹਦੇ ਚ ਪਾਪ ਦੇ ਕੰਮ ਕੀ ਹੋ ਜਾਣ? ਪ੍ਰਗਟ ਹੋ ਜਾਣ। ਹਾਲੇਲੂਇਆ। ਹਾਲੇਲੂਇਆ। ਇਸ ਲਈ ਜਿਹੜੇ ਪਾਪ ਦੇ ਕੰਮ ਹੈ ਗਲਾਤੀਆਂ ਦੇ ਵਿੱਚ, ਰੋਮੀਓ ਦੇ ਵਿੱਚ ਕਿਉਂ ਕਹਿ ਗਏ ਆ? ਇਹ ਤਾਂ ਪਾਪ ਦੇ ਕੰਮਾਂ ਦਾ ਜ਼ਿਕਰ ਤਾਂ ਰਸੂਲਾਂ ਦੇ ਕਰਤੱਵ ਦੇ ਵਿੱਚ ਹੋਣਾ ਚਾਹੀਦਾ ਸੀਗਾ, ਜਿੱਥੇ ਦੁਨੀਆ ਨੂੰ ਪ੍ਰਚਾਰ ਕੀਤਾ ਜਾ ਰਿਹਾ। ਹਾਲੇਲੂਇਆ। ਇਹ ਬਾਕੀ ਪੱਤਰੀਆਂ 'ਚ ਕਿੱਦਾਂ ਆ ਗਿਆ? ਪੱਤਰੀਆਂ ਤਾਂ ਲਿਖੀਆਂ ਗਈਆਂ ਕਲੀਸਿਆਂ ਨੂੰ, ਤੇ ਕਲੀਸਿਆਂ ਵਿੱਚ ਆ ਚੀਜ਼ਾਂ ਦੇ ਜ਼ਿਕਰ ਕਿੱਦਾਂ ਆ ਗਏ ਆ? ਕਿਉਂਕਿ ਉਹਨਾਂ ਨੇ ਕਿਤੇ ਨਾ ਕਿਤੇ ਪਾਪ ਨੂੰ ਤਾਂ ਮੰਨ ਲਿਆ ਸੀਗਾ। ਹਾਲੇਲੂਇਆ। ਪਰ ਜੜ ਨੂੰ ਕੀ ਕੀਤਾ? ਨਹੀਂ ਸੀ ਛੱਡਿਆ। ਤਾਂ ਹੀ ਉਹਨਾਂ ਲੋਕਾਂ ਦਾ ਫਿਰ ਸੁਭਾਅ ਹੁੰਦਾ ਹੈ, ਸੰਸਾਰ ਵਾਂਗੂ ਅਸੀਂ ਮਹਿੰਦੀ ਲਾਈਏ, ਸੰਸਾਰ ਵਾਂਗੂ ਫੈਸ਼ਨ ਕਰੀਏ, ਸੰਸਾਰ ਵਾਂਗੂ ਗਹਿਣੇ ਪਾਈਏ, ਸੰਸਾਰ ਵਾਲੀਆਂ ਚੀਜ਼ਾਂ ਕਰੀਏ, ਉਹ ਰੀਤੀ ਰਿਵਾਜ ਚਲਾਈਏ।
ਕਿਉਂ ਉਹਨਾਂ ਦਾ ਮਨ ਕਰਿਆ ਆਉਂਦਾ? ਕਿਉਂਕਿ ਜੜ ਨਹੀਂ ਨਿਕਲੀ। ਜੜ ਕੱਢੀ। ਵਾਪਸ ਉਹੀ ਕੰਮ ਕਰਨ ਲੱਗ ਹਾਂਜੀ, ਗਏ ਹਾਂਜੀ। ਸੀ ਸੰਸਾਰ ਨੂੰ। ਅੱਜ ਗੱਲ ਸਮਝ ਆ ਰਹੀ ਕਿਸੇ ਨੂੰ ਕੁਛ? ਹਾਂਜੀ। ਕਿ ਕੀ ਕਰਨਾ ਹੈ ਜਦੋਂ ਪ੍ਰਾਰਥਨਾ ਕਰਨੀ ਆ? ਤੇ ਅੱਜ ਤੱਕ ਤੁਸੀਂ ਤੁਹਾਨੂੰ ਜਿੰਨਾ ਕੁ ਪਤਾ ਨਾ ਪਾਪ ਦੇ ਕੰਮਾਂ ਦੇ ਨਾਮ ਜਿਹੜੇ ਪਤਾ ਆ, ਇੰਨਿਆਂ ਕੁ ਨੂੰ ਯਾਦ ਕਰਕੇ ਤੇ ਉਹਨੂੰ ਡਾਂਟਿਓ। ਬਾਅਦ ਵਿੱਚ ਮੈਂ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਪੂਰਾ ਲਿਸਟ ਦੇ ਦੂੰਗਾ, ਤੁਸੀਂ ਆਪਣੇ ਸਾਹਮਣੇ ਰੱਖ ਲਿਆ ਕਰਨੀ। ਪਹਿਲਾਂ ਆਪਣੀ ਆਰਾਧਨਾ ਕਰੋ, ਪ੍ਰਾਰਥਨਾ ਕਰੋ, ਭਰਪੂਰੀ ਪਾਓ, ਔਰ ਉਸ ਤੋਂ ਬਾਅਦ ਜਦੋਂ ਸਮਾਪਤੀ ਦੇ ਵੱਲ ਨੂੰ ਜਾ ਰਹੇ ਆ, ਥੋੜੀ ਜਿਹੀ ਅੱਖਾਂ ਖੋਲੋ ਤੇ ਉਸ ਲਿਸਟ ਨੂੰ ਵਿੱਚੋਂ ਇੱਕ ਇੱਕ ਚੀਜ਼ ਨੂੰ ਕੀ ਕਰੋ, ਨਾਮ ਲੈ ਲੈ ਕੇ ਪਹਿਲਾਂ ਕਹਿਣਾ ਹੈ ਮੇਰੀ ਜ਼ਿੰਦਗੀ ਵਿੱਚ। ਹਾਲੇਲੂਇਆ। ਕਿਉਂਕਿ ਜੇਕਰ ਇਹ ਆਪਣੇ ਚੋਂ ਕੋਈ ਵਿਚਾਰੀ ਨਿਕਾ ਤੇ ਆਪਾਂ ਸਾਰੇ ਕੀ ਆ ਭਲਾ? ਵਿਚਾਰੀ ਆ। ਅਸਲ 'ਚ ਵਿਚਾਰ ਕੋਈ ਲੜਕੇ ਲੜਕੀ ਜਾਂ ਔਰਤ ਮਰਦ ਜਿਹੜੇ ਸ਼ਾਦੀशुदा ਇੱਕ ਦੂਸਰੇ ਦੇ ਨਾਲ ਕੋਈ ਸੰਪਰਕ ਪੈਦਾ ਕਰਦੇ, ਇਹੀ ਨਿਗਾ। ਹਾਲੇਲੂਇਆ। ਸੋ ਵਿਚਾਰ ਇੱਕ ਰੂਹਾਨੀ ਤੌਰ ਦਾ ਵੀ ਇੱਕ ਵਿਚਾਰ ਆ, ਜਿਹੜੇ ਸਾਡੇ ਵਿਚਾਰ ਹੀ ਸਾਡੇ ਵਿੱਚ ਆ ਜਾਂਦੇ ਆ। ਹਾਲੇਲੂਇਆ। ਇਸ ਲਈ ਇਹਨੂੰ ਕਿੱਦਾਂ ਕਰਨਾ ਹੈ? ਇਨਕਲੂਡ ਆਪਣੇ ਆਪ ਨੂੰ ਕਰਦੇ। ਜੇਕਰ ਸਰੀਰਕ ਤੌਰ ਤੇ ਵੀ ਸਾਡੇ 'ਚ ਇਦਾਂ ਦੀ ਕੋਈ ਹਾਲਤ ਪਾਈ ਜਾਂਦੀ, ਉਹਨੂੰ ਵੀ ਕਹਿ ਦੇਣਾ। ਸਰੀਰਕ ਤੌਰ ਤੇ ਵੀ, ਆਤਮਿਕ ਤੌਰ ਤੇ ਵੀ, ਅਗਰ ਕੋਈ ਮੇਰੇ 'ਚ ਜਿਹੜੀ ਵੀ ਮੇਰੇ 'ਚ ਵਿਚਾਰ ਦੀ ਤਾਕਤ ਪਾਈ ਜਾਂਦੀ ਆ, ਉਸ ਤਾਕਤ ਨੂੰ ਪੈਦਾ ਕਰਨ ਵਾਲੀ ਤਾਕਤ ਨੂੰ ਮੈਂ ਯਿਸੂ ਮਸੀਹ ਦੇ ਨਾਮ 'ਚ ਡਾਂਟਦਾ ਆ। ਮੇਰੇ ਜੀਵਨ 'ਚੋਂ, ਮੇਰੇ ਪਰਿਵਾਰ ਦੇ ਜੀਵਨ 'ਚੋਂ, ਔਰ ਮੈਨੂੰ ਸੌਂਪੇ ਹੋਏ ਝੁੰਡ ਦੇ ਜੀਵਨ 'ਚੋਂ ਉਹ ਕੀ ਹੋ ਜਵੇ? ਚਲੀ ਜਾਏ। ਹਾਲੇਲੂਇਆ। ਇੱਥੋਂ ਤੱਕ ਕਿ ਤੁਸੀਂ ਇਹ ਵੀ ਕਹਿ ਸਕਦੇ ਸਾਡੇ ਦਾਸ ਦੇ ਜੀਵਨ 'ਚੋਂ ਵੀ ਕੀ ਹੋ ਜਵੇ ਭਲਾ? ਚਲੀ ਜਾਏ। ਕਿੰਨੀ ਪਵਿੱਤਰਤਾ ਹੀ ਆ ਸਕਦੀ ਵੀ। ਹਾਲੇਲੂਇਆ। ਕਿੰਨੀ ਪਵਿੱਤਰਤਾ ਹੀ ਆ ਸਕਦੀ ਹੈ ਨਾ। ਹਾਲੇਲੂਇਆ। ਜਦੋਂ ਆਪਾਂ ਇੱਕ ਦੂਸਰੇ ਲਈ ਇਦਾਂ ਘਰੋਂ ਕਰੀਏ, ਹੁਣ ਡਾਂਟਣਾ ਸ਼ੁਰੂ ਕਰ ਦੇਵਾਂਗੇ ਤਾਂ ਕਿੰਨਾ ਦੁਖੀ ਹੋ ਜਾਊਗੀ ਤਾਕਤ। ਹਾਲੇਲੂਇਆ। ਕਿਉਂਕਿ ਜਦੋਂ ਡਾਂਟਾਂਗੇ ਤੇ ਉਹ ਆਪਣੇ ਆਪ 'ਚ ਵੀ ਇੱਕ ਹੌਲਾਪਨ ਮਹਿਸੂਸ ਕਰਾਂਗੇ। ਆਪਣੇ ਪਿਤਾ ਦੀ ਮਰਜ਼ੀ ਨੂੰ ਆਪਾਂ ਕੀ ਕਰ ਦਿੱਤਾ ਹੈ? ਪੂਰਾ ਕਰਤਾ। ਉਹ ਨਹੀਂ ਚਾਹੁੰਦਾ ਕਿ ਕੋਈ ਵੀ ਦੁਸ਼ਟ ਦਾ ਕਿਲੇ ਦੇ ਵਿੱਚ ਤੁਸੀਂ ਰਹੋ। ਹਾਲੇਲੂਇਆ। ਉਹ ਚਾਹੁੰਦਾ ਹਰ ਕਿਲੇ ਨੂੰ ਕੀ ਕਰ ਦਿਓ? ਢਾਹ ਦਿਓ। ਕਿਉਂਕਿ ਤੁਹਾਡੇ ਕੋਲ ਤਾਕਤ ਜਿਹੜੀ ਦਿੱਤੀ ਗਈ ਆ ਹਰ ਕਿਲੇ ਨੂੰ ਢਾਉਣ ਵਾਲੀ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਸਾਡਾ ਯੁੱਧ ਜਿਹੜਾ ਲਹੂ ਮਾਸ ਦੇ ਨਾਲ ਹੈਗਾ ਨਹੀਂ, ਅਸਮਾਨ ਦੀਆਂ ਤਾਕਤਾਂ ਆ। ਹਾਲੇਲੂਇਆ। ਲਹੂ ਮਾਸ ਵਾਲਿਆਂ ਦੇ ਵਿੱਚ ਇੰਨੀ ਤਾਕਤ ਹੁੰਦੀ ਨਹੀਂ ਕਿ ਸਾਡੇ ਪ੍ਰਾਣ ਤੇ ਸਾਡੇ ਆਤਮਾ ਤੱਕ ਕੁਝ ਹਾਨੀ ਪਹੁੰਚਾ ਸਕਣ। ਪਰ ਜਿਹੜੀਆਂ ਤਾਕਤਾਂ ਨਾਲ ਸਾਡੀ ਲੜਾਈ ਆ, ਉਹ ਕਿੱਥੋਂ ਤੱਕ ਸਾਨੂੰ ਹਾਨੀ ਪਹੁੰਚਾਉਂਦੀਆਂ ਆ? ਪ੍ਰਾਣ ਨੂੰ ਵੀ ਪਹੁੰਚਾਉਂਦੀਆਂ ਤੇ ਆਤਮਾ ਨੂੰ। ਉਹ ਜ਼ਿਆਦਾ ਖਤਰਨਾਕ ਆ, ਕਿਉਂਕਿ ਇਹ ਸਾਨੂੰ ਮਾਰ ਦੇਣਗੇ, ਅਸੀਂ ਮਰ ਜਾਾਂਗੇ, ਅਸੀਂ ਮਿੱਟੀ ਤੇ ਮਿੱਟੀ ਵਿੱਚ ਮਿਲ ਜਾਾਂਗੇ, ਪਰ ਸਾਡਾ ਆਤਮਾ ਤੇ ਪ੍ਰਾਣ ਮਿੱਟੀ ਵਿੱਚ ਮਿਲਦਾ ਨਹੀਂ। ਹਾਲੇਲੂਇਆ। ਕੀ ਕਰੀਏ ਫਿਰ? ਆਪਾਂ ਡਾਂਟਣਾ ਸ਼ੁਰੂ ਕਰੀਏ। ਕੀ ਕਰੀਏ ਬਈ? ਇਹਨਾਂ ਤਾਕਤਾਂ ਨੂੰ ਰੋਜ਼ ਡਾਂਟਣਾ ਸ਼ੁਰੂ ਕਰੋ। ਮੇਰੇ ਲਈ ਵੀ ਪ੍ਰਾਰਥਨਾ। ਹਾਲੇਲੂਇਆ। ਹੋ ਸਕਦਾ ਕੁਝ ਚੀਜ਼ਾਂ ਨੂੰ ਮੈਂ ਜਾਣਦਾ ਹਾਂ, ਕੁਝ ਚੀਜ਼ਾਂ ਹਜੇ ਮੇਰੇ 'ਚ ਅਣਜਾਣੇ ਵਿੱਚ ਹੋ ਸਕਦੀਆਂ ਇਦਾਂ ਦੀਆਂ। ਹਾਲੇਲੂਇਆ। ਤੇ ਉਹਨਾਂ ਨੂੰ ਵੀ ਕੀ ਕਰੋ? ਡਾਂਟ ਦਿਓ। ਹਾਲੇਲੂਇਆ। ਹਾਲੇਲੂਇਆ। ਜੇ ਤੁਹਾਡੀ ਨਜ਼ਰ 'ਚ ਮੈਂ ਕਿਤੇ ਵੀ ਲੱਗਦਾ ਵੀ ਕਿਤੇ ਉਖੜਿਆ ਆ ਜਾਂ ਕਿਸੇ ਇਦਾਂ ਦਾ ਆ, ਉਸ ਚੀਜ਼ ਨੂੰ ਕੀ ਕਰ ਦਿਓ? ਡਾਂਟ ਦਿਓ। ਹਾਲੇਲੂਇਆ। ਕਿਉਂਕਿ ਜੇ ਪਤਰਸ ਉਹਨਾਂ ਦੇ ਜੇਲ੍ਹ ਦੇ ਵਿੱਚ ਬੰਧਨ ਟੁੱਟ ਸਕਦੇ ਆ, ਹਾਲੇਲੂਇਆ, ਕਲੀਸਿਆ ਦੀ ਪ੍ਰਾਰਥਨਾ ਦੇ ਨਾਲ, ਤੇ ਦਾਸਾਂ ਦੇ ਬੰਧਨ ਵੀ ਕੀ ਹੋ ਜਾਂਦੇ ਆ? ਕਲੀਸਿਆ ਦੀ ਪ੍ਰਾਰਥਨਾ ਦੇ ਨਾਲ ਕੀ ਹੋ ਜਾਂਦੇ ਆ? ਟੁੱਟ ਸਕਦੇ। ਹਾਲੇਲੂਇਆ। ਹਾਲੇਲੂਇਆ। ਔਰ ਮੈਂ ਨਹੀਂ, ਹੋਰ ਵੀ ਜਿੰਨੇ ਵੀ ਦਾਸ ਹੈ ਤੁਹਾਡੀ ਨਜ਼ਰ 'ਚ ਆ, ਕੁਛ ਲੱਗਦਾ ਵੀ ਉਹ ਕਿਤੇ ਉਖੜਿਆ ਕੁਛ ਆ, ਉਹਨਾਂ ਦੇ ਲਈ ਕੀ ਕਰੋ? ਉਹਨਾਂ ਦੇ ਸਾਰੇ ਡਾਂਟੋ। ਕਿਉਂਕਿ ਡਾਂਟਣ ਵਾਲੇ ਆ ਗਏ ਨਾ, ਇੱਕ ਗਰੁੱਪ ਡਾਂਟਣ ਵਾਲਾ ਕਿਤੇ ਬਣ ਗਿਆ, ਉਹ ਜਗ੍ਹਾ ਕੀ ਹੋ ਜਾਊਗੀ? ਹਿੱਲ ਜਾਊਗੀ। ਹਾਲੇਲੂਇਆ। 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 ਉਹ ਕਲੀਸਿਆ ਦੇ ਵਿੱਚ ਪ੍ਰਭੂ ਦੀ ਹਜ਼ੂਰੀ ਲੋਕਾਂ ਨੂੰ ਨੰਗੀਆਂ ਅੱਖਾਂ ਦੇ ਨਾਲ ਨਜ਼ਰ ਆਉਣੀ ਸ਼ੁਰੂ ਹੋ ਜਾਊਗੀ। ਹਾਲੇਲੂਇਆ। ਸੋ ਆ ਜਾਓ। ਕੀ ਕਰਦੇ ਫਿਰ? ਹਾਂ, ਭਲਾਈ ਦੇ ਵਿਚਾਰਾਂ ਨੂੰ ਕੀ ਕਰਦੇ ਆ? ਹਾਂ, ਭਲਾਈ ਦੇ ਵਿਚਾਰ ਆ ਇਹਨਾਂ ਦੇ, ਜਿਹੜੇ ਧਾਰਮਿਕਤਾ ਦਾ ਪਿੱਛਾ ਕਰਦੇ, ਤੇ ਦੂਸਰਾ ਕਰ ਰਹੇ ਆ ਭਲਾਈ ਕਰਨ ਦੀ ਇੱਛਾ ਵੀ ਆ। ਇਕੱਲੇ ਵਿਚਾਰ ਹੀ ਨਹੀਂ, ਇੱਛਾ ਵੀ ਰੱਖਦੇ ਆ। ਇੱਛਾ ਵੀ ਰੱਖਦੀ ਹੈ। ਵਿਚਾਰ ਤੇ ਇੱਛਾ ਵਿੱਚ ਕੀ ਆ? ਫਰਕ ਆ। ਹਾਲੇਲੂਇਆ। ਵਿਚਾਰ ਆ ਗਿਆ ਆ, ਮੇਰੀ ਮਰਜ਼ੀ ਆ, ਮੈਂ ਉਹਨੂੰ ਅਪਣਾਵਾਂ ਜਾਂ ਨਾ ਅਪਣਾਵਾਂ। ਜੇ ਮੈਂ ਉਹਨੂੰ ਅਪਣਾ ਲਿਆ ਤੇ ਮੇਰੀ ਇੱਛਾ ਆ ਕਿ ਮੈਂ ਇਹਦੇ ਤੋਂ ਕੀ ਲੈਣਾ ਚਾਹੁੰਦਾ ਆ? ਕੰਮ ਲੈਣਾ ਚਾਹੁੰਦਾ ਆ। ਤੇ ਧਰਮੀ ਕੀ ਕਰਦਾ ਹੈ? ਨੇਕ ਵਿਚਾਰਾਂ ਨੂੰ ਆਪਣੀ ਇੱਛਾ ਦੇ ਵਿੱਚ ਲਿਆਉਂਦਾ। ਜਦੋਂ ਇੱਛਾ ਵਿੱਚ ਲਿਆਉਂਦਾ ਤੇ ਖੁਦਾ ਨੂੰ ਪਤਾ ਲੱਗ ਜਾਂਦਾ ਹੈ ਇਹ ਧਰਮ ਦਾ ਕੰਮ ਕਰਨਾ ਚਾਹੁੰਦਾ। ਹਾਲੇਲੂਇਆ। ਆ ਜਾਓ। ਇੱਕ ਵਚਨ ਇਹਦੇ ਲਈ ਹੋਰ, 12 ਅਧਿਆਏ ਔਦਾ ਉਹਦੀ 5 ਆਇਤ। 12 ਅਧਿਆਏ ਉਹਦੀ 5 ਆਇਤ। ਫਿਰ ਆਪਾਂ ਪ੍ਰਾਰਥਨਾ ਕਰਦੇ। ਧਰਮੀਆਂ ਦੀਆਂ ਚਿਤਮਣੀਆਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ। ਧਰਮੀਆਂ ਦੀਆਂ ਚਿਤਮਣੀਆਂ ਚਿਤਮਣੀਆਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ।
ਹਾਂਜੀ ਪਰ ਦੁਸ਼ਟਾਂ ਦੇ ਮਤੇ ਛਲ ਵਾਲੇ ਹੁੰਦੇ ਹਨ। ਹਾਂ, ਆਪਾਂ ਦੁਸ਼ਟਾਂ ਵਾਲੀ ਤਾਂ ਇਹ ਗੱਲ ਨਹੀਂ ਕਰ ਰਹੇ ਨਾ। ਉਹਦਾ ਤਾਂ ਮੈਂ ਇੱਕ ਲਾਸਟ ਤੇ ਇਸ ਵਿਸ਼ੇ ਨੂੰ ਸਮਾਪਤ ਕਰਦੇ ਹੋਏ ਧਾਰਮਿਕਤਾ ਦੇ ਨੂੰ ਉਹਦੇ ਵਿੱਚ ਅੰਤਰ ਦਾ ਇੱਕ ਰੱਖ ਲਵਾਂਗੇ, ਧਰਮੀ ਤੇ ਦੁਸ਼ਟ ਦੇ ਵਿੱਚ। ਕਿਉਂਕਿ ਹਜੇ ਅਸੀਂ ਧਰਮੀ ਚ ਹੀ ਰਹੀਏ ਤਾਂ ਕਿ ਉਲਝ ਨਾ ਜਾਈਏ। ਕਿਉਂਕਿ ਜਿੱਥੇ ਵੀ ਆਪਾਂ ਧਰਮੀ ਦਾ ਅਸਲ ਚ ਗੱਲ ਦੇਖ ਰਹੇ ਹਾਂ, ਦੁਸ਼ਟ ਕੀ ਆ ਉਹਦੇ ਹਮੇਸ਼ਾ ਉਲਟੀ। उल्टी है। ਹਾਲੇਲੂਇਆ। ਸੋ ਹਿੰਦੀ ਵਿੱਚ ਵੀ ਇੱਕ ਵਾਰ ਦੇਖ ਲਓ। धर्मियों की कल्पनाएं ਕਲਪਨਾएं, ਇਹ ਜਿਹੜੀਆਂ ਚਿਤਵਨੀਆਂ ਹੈ ਨਾ, चित्तावनी। ਨਹੀਂ ਚੇਤਾਵਨੀਆਂ ਨਹੀਂ, चितमणि ਚਿਤਮਣੀ, ਹਾਂ ਚਿਤ ਲਾਉਣਾ, ਠੀਕ ਹੈ ਨਾ। ਇਹਨੂੰ ਕੀ ਕਿਹਾ ਗਿਆ? ਕਲਪਨਾ। ना। ਕਲਪਨਾ ਫਿਰ ਉਹਦੇ ਚ ਆ ਜਾਂਦੀ ਵਿਚਾਰ। ਹਾਲੇਲੂਇਆ। ਹਾਂ, धर्मियों की कल्पनाएं न्याय ही की होती है। ਕਾਹਦੀ ਹੁੰਦੀ ਆ ਵੀ? न्याय। ਨਿਆਏ ਦੀ ਹੁੰਦੀ ਆ। ਹਾਲੇਲੂਇਆ। ਹਾਲੇਲੂਇਆ। ਹਾਂ, परंतु दुष्टों की युक्तियां छल की हैं। ਛਲ ਕੀ, ਉਹਨਾਂ ਦੇ ਮਨ ਛਲ ਦੇ ਨਾਲ ਭਰਿਆ ਰਹਿੰਦਾ। ਪਰ ਧਰਮੀ ਕੀ ਕਰਦਾ ਰਹਿੰਦਾ? ਨਿਆਏ ਤੇ ਚੱਲਦਾ। ਭਾਈ ਜੋ ਖੁਦਾ ਦਾ ਵਚਨ ਆ, ਮੈਂ ਉਹਦੇ ਤੋਂ ਇੱਧਰ ਉੱਧਰ ਹੋਣਾ नहीं। ਹੋਣਾ ਨਹੀਂ। ਚਾਹੇ ਮੈਨੂੰ ਘਾਟਾ ਪੈ ਜਾਵੇ, ਮੈਂ ਤਾਂ ਉਹਦੇ ਵਚਨ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਕੀ ਕਰਨਾ ਹੈ? ਰੱਖਣਾ ਹੈ। ਚਲੋ ਇਸ ਸਮਰਪਣ ਦੇ ਨਾਲ ਆਪਾਂ ਪ੍ਰਾਰਥਨਾ ਕਰਦੇ ਹਾਂ। हालेलुया। ਹਾਲੇਲੂਇਆ, हालेलुया। ਹਾਲੇਲੂਇਆ, ਹਾਲੇਲੂਇਆ। धन्यवाद। ਖੁਦਾਵੰਦ ਤੇਰੀ ਤਾਰੀਫ ਹੋ, ਤੇਰਾ ਧੰਨਵਾਦ ਹੋ ਅੱਜ ਦੇ ਅੱਛੇ ਸਮੇਂ ਲਈ। ਤੇਰੀ ਹਜ਼ੂਰੀ ਵਿੱਚ ਬੈਠੇ ਹਾਂ ਪ੍ਰਭੂ, ਔਰ ਤੇਰੇ ਵਚਨ ਨੂੰ ਸੁਣਿਆ ਹੈ, ਔਰ ਧਾਰਮਿਕਤਾ ਦਾ ਵਿਸ਼ਾ ਅਸੀਂ ਦੇਖ ਰਹੇ ਹਾਂ, ਔਰ ਸਾਡੇ ਨਾਲ ਇਹ ਲਈ ਕਾਫੀ ਜ਼ਿੰਮੇਵਾਰੀਆਂ ਨਿਕਲ ਕੇ ਆ ਰਹੀਆਂ। ਪ੍ਰਭੂ ਕਿਤੇ ਅਸੀਂ ਕੰਗਾਲ ਆ ਜਾਂ ਕਿਤੇ ਅਸੀਂ ਘਾਟੇ ਦੇ ਵਿੱਚ ਚੱਲ ਰਹੇ ਹਾਂ ਖੁਦਾਵੰਦ, ਉਹ ਸਾਡਾ ਕੋਈ ਭਗਤੀ ਦੇ ਵਿੱਚ ਕੋਈ ਖੋਟ ਆ ਜਾਂ ਭਗਤੀ ਦੇ ਵਿੱਚ ਕੋਈ ਕਮੀ ਆ। ਪਰ ਤੇਰਾ ਵਚਨ ਦੱਸਦਾ ਧਰਮੀ ਦੇ ਘਰ ਦੇ ਵਿੱਚ ਖਜ਼ਾਨੇ ਆ, ਔਰ ਜਿਹੜੇ ਧਰਮੀ ਆ ਉਹਨਾਂ ਦਾ ਪਿਤਾ ਜਿਹੜਾ ਆ ਉਹਦੇ ਕੋਲ ਵੀ ਖਜ਼ਾਨੇ ਹੀ ਖਜ਼ਾਨੇ। ਪ੍ਰਾਰਥਨਾ ਕਰਦਾ ਇਸ ਗਰੁੱਪ ਨੂੰ, ਝੁੰਡ ਨੂੰ ਉਹਨਾਂ ਖਜ਼ਾਨਿਆਂ ਦੇ ਨਾਲ ਨਵਾਜ਼ ਦੇ, ਔਰ ਉਹ ਖਜ਼ਾਨਿਆਂ ਤੋਂ ਵਾਕਿਫ ਹੋਣ, ਔਰ ਉਸ ਖਜ਼ਾਨਿਆਂ ਦਾ ਆਨੰਦ ਵੀ ਉਠਾ ਸਕਣ। ਤੂੰ ਵੱਡੀ ਕਿਰਪਾ ਕਰਦੀ, ਵੱਡਾ ਫਜ਼ਲ ਲਾ ਦੇ, ਔਰ ਆਤਮਾ ਦੇ ਵਿੱਚ ਵੀ ਅੱਗੇ ਵਧਣ, ਆਤਮਿਕ ਖਜ਼ਾਨਿਆਂ ਤੋਂ ਵੀ ਵਾਕਿਫ ਹੋ ਜਾਣ, ਆਤਮਿਕ ਅੱਖ ਵੀ ਖੁੱਲ ਜਾਏ। ਫਜ਼ਲ ਕਰੋ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ, ਆਮੀਨ। ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਬਖਸ਼ਾ ਕੌਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਨਾਲ ਹੁੰਦੀ ਰਹੇ। ਹਾਲੇਲੂਇਆ।